ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਰੀਅਲ ਸਟੇਟ ਮਾਰਕੀਟ ਬਾਰੇ ਕੈਨੇਡਾ ਦੇ ਵਿੱਚ ਹਮੇਸ਼ਾ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਅੱਜ ਕੁਝ ਨਵੇਂ ਅੰਕੜੇ ਸਾਹਮਣੇ ਆਏ ਆ ਜਿਹੜੇ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਦੁਆਰਾ ਜਾਰੀ ਕੀਤੇ ਗਏ ਆ। ਉਹ ਦੱਸ ਰਹੇ ਆ ਕਿ ਨੈਸ਼ਨਲ ਐਵਰੇਜ ਹੋਮ ਪ੍ਰਾਈਸ ਕੈਨੇਡਾ ਦੇ ਵਿੱਚ 20% ਵੱਧ ਗਿਆ ਆ ਪਿਛਲੇ ਸਾਲ ਨਾਲੋਂ ਤੇ $8,16,720 ਐਵਰੇਜ ਘਰ ਕੈਨੇਡਾ ਦੇ ਵਿੱਚ ਹੋ ਗਿਆ। ਇਹ ਐਵਰੇਜ ਜਦੋਂ ਕੱਢੀ ਜਾਂਦੀ ਹੈ ਸਾਰੇ ਕੈਨੇਡਾ ਦੀ ਕੱਢੀ ਜਾਂਦੀ ਹੈ ਜਿਹਦੇ ਵਿੱਚ ਸਾਰੇ ਪ੍ਰੋਵਿੰਸ ਹੈਗੇ ਆ ਔਰ ਉਹਦੇ 'ਚ ਗ੍ਰੇਟਰ ਟੋਰਾਂਟੋ ਏਰੀਆ ਵੀ ਆ, ਉਹਦੇ 'ਚ ਵੈਨਕੂਵਰ ਏਰੀਆ ਵੀ ਆ। ਇਹਨਾਂ ਸਾਰਿਆਂ ਨੂੰ ਰਲਾ ਕੇ ਫਿਰ ਉਹਦੀ ਐਵਰੇਜ ਜਿਹੜੀ ਆਉਂਦੀ ਆ ਉਹ 8,16,000 ਆਉਂਦੀ ਆ ਕਿ ਐਵਰੇਜ ਘਰ ਕੈਨੇਡਾ ਦੇ ਵਿੱਚ ਇੰਨਾ ਆ। ਤੇ ਇਹ ਜਿਹੜਾ 20% ਪਿਛਲੀ ਵਾਰ ਨਾਲੋਂ ਵੱਧ ਗਿਆ। ਹਾਲਾਂਕਿ ਜੇ ਇਹਦੇ ਵਿੱਚੋਂ ਟੋਰਾਂਟੋ ਵਾਲਾ ਏਰੀਆ ਤੇ ਵੈਨਕੂਵਰ ਵਾਲਾ ਏਰੀਆ ਕੱਢ ਦਿਓ ਤਾਂ ਇਹ ਐਵਰੇਜ ਬਹੁਤ ਥੱਲੇ ਚਲੀ ਜਾਂਦੀ ਆ। ਔਰ ਇਹ ਇੱਕ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਜਿਹੜਾ ਵੱਡਾ ਫਰਕ ਇਸ ਮਾਰਕੀਟ ਦੇ ਵਿੱਚ ਪਿਆ ਆ ਉਹ ਐਵਰੇਜ ਜਿਹੜੀ ਆ ਇਹਨਾਂ ਦੋਵਾਂ ਰੀਜਨਸ ਕਰਕੇ ਆ। ਜਿਹੜੀ ਕੈਨੇਡਾ ਰੀਅਲ ਸਟੇਟ ਐਸੋਸੀਏਸ਼ਨ ਆ ਉਹ ਦੱਸ ਰਹੀ ਆ ਕਿ ਜੇ ਜਿਹੜੀ ਇਹਨੂੰ ਤੁਸੀਂ ਕੱਢ ਦਿਓ ਦੋਵਾਂ ਰੀਜਨਸ ਨੂੰ ਤਾਂ ਇਹ 1,78,000 ਐਵਰੇਜ ਰਹਿ ਜਾਂਦੀ ਹੈ। ਮਤਲਬ ਜੇ ਤੁਸੀਂ ਸਾਰੇ ਕੰਟਰੀ ਦੀ ਐਵਰੇਜ ਲੈਂਦੇ ਆ ਟੋਰਾਂਟੋ ਦੇ ਇਲਾਕੇ ਨੂੰ ਤੇ ਵੈਨਕੂਵਰ ਦੇ ਇਲਾਕੇ ਨੂੰ ਰਲਾ ਕੇ ਤਾਂ ਇਹ 8,16,000 ਆਉਂਦੀ ਆ। ਤੇ ਜੇ ਇਹਨਾਂ ਦੋਵਾਂ ਨੂੰ ਕੱਢ ਦਿਓ ਤੇ ਬਾਕੀ ਕੈਨੇਡਾ ਦੇ ਵਿੱਚ ਐਵਰੇਜ ਘਰ ਕਿੰਨੇ ਕੁ ਦਾ ਆਉਂਦਾ ਤਾਂ ਉਹ 1,78,000 ਸਿਰਫ ਐਵਰੇਜ ਰਹਿ ਜਾਂਦੀ ਆ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹਨਾਂ ਦੋ ਥਾਵਾਂ ਦੇ ਉੱਤੇ ਕਿੰਨੀ ਜ਼ਿਆਦਾ ਘਰਾਂ ਦੀ ਕੀਮਤ ਵਧੀ ਆ। ਮੰਗ ਇੱਥੇ ਬਹੁਤ ਜ਼ਿਆਦਾ ਆ, ਸਪਲਾਈ ਓਨੀ ਨਹੀਂ ਆ। ਸਮੱਸਿਆ ਦੋਵੇਂ ਪਾਸੇ ਉਹੀ ਆ ਤੇ ਲਗਾਤਾਰ ਕੀਮਤਾਂ ਵੱਧ ਰਹੀਆਂ। ਇਹ ਵੀ ਦੱਸਿਆ ਜਾ ਰਿਹਾ ਕਿ ਅਗਲੇ 2 ਸਾਲ ਇਹ ਕੀਮਤਾਂ ਇਸੇ ਤਰ੍ਹਾਂ ਵੱਧਦੀਆਂ ਰਹਿਣੀਆਂ। ਅਜੇ ਤੱਕ ਕੋਈ ਵੀ ਇਹਦੇ ਬਾਰੇ ਗੱਲਬਾਤ ਨਹੀਂ ਆ ਰਹੀ। ਹਾਲਾਂਕਿ ਕਿਹਾ ਜਾ ਰਿਹਾ ਕਿ ਜਿਹੜੀ ਸਪਲਾਈ ਆ ਉਹ ਵਧੀ ਆ ਤੇ ਇਹਦੇ ਨਾਲ ਥੋੜ੍ਹਾ ਬਹੁਤਾ ਫਰਕ ਪੈ ਰਿਹਾ ਆ, ਪਰ ਫਿਰ ਵੀ ਘਰਾਂ ਦੀਆਂ ਕੀਮਤਾਂ ਕਿਤੇ ਕਾਬੂ ਦੇ ਵਿੱਚ ਆ ਜਾਣਗੀਆਂ ਲੱਗਦਾ ਨਹੀਂ। ਸੋ ਇੱਕ ਸਪਲਾਈ ਤੇ ਡਿਮਾਂਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੰਬੈਲੈਂਸ ਕ੍ਰੀਏਟ ਹੋਇਆ ਆ। ਜਿਹੜੀ ਐਸੋਸੀਏਸ਼ਨ ਇਹ ਕਹਿ ਰਹੀ ਆ ਕਿ ਇਹਦੇ ਕਰਕੇ ਜਿਹੜੀਆਂ ਕੀਮਤਾਂ ਆ ਉਹ ਲਗਾਤਾਰ ਵੱਧ ਰਹੀਆਂ ਆ। ਜਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਜੋ ਕੁਛ ਪੈਂਡੈਮਿਕ ਦੇ ਦੌਰਾਨ ਹੋਇਆ, ਇੰਟਰਸਟ ਰੇਟ ਘਟੇ, ਇੰਟਰਸਟ ਰੇਟ ਘਟਣ ਦੇ ਨਾਲ ਓਵਰਆਲ ਮਹਿੰਗਾਈ ਵਧੀ ਆ। ਮਹਿੰਗਾਈ ਦੇ ਜਿਹੜੀ ਘਰਾਂ ਦੀਆਂ ਕੀਮਤਾਂ ਵਧੀਆਂ ਆ, ਸਾਰੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਘਰ ਮਹਿੰਗੇ ਹੋਏ ਆ। ਉਹਦੇ ਵਿੱਚ ਇੱਕ ਕਾਰਨ ਡਿਮਾਂਡ ਤੇ ਸਪਲਾਈ ਦਾ ਵੀ ਆ। ਤੇ ਹੁਣ ਦੱਸਿਆ ਜਾ ਰਿਹਾ ਕਿ ਇਹ ਅਗਲੇ ਸਾਲਾਂ ਦੇ ਵਿੱਚ ਇਹ ਇਸੇ ਤਰ੍ਹਾਂ ਵਾਧਾ ਜਾਰੀ ਰਹੂਗਾ। ਇਹ ਫੋਰਕਾਸਟ ਕੀਤੀ ਜਾ ਰਹੀ ਆ। ਤੇ ਜਿਹੜੀ ਹੋਮ ਪ੍ਰਾਈਸ ਆ, ਐਵਰੇਜ ਹੋਮ ਪ੍ਰਾਈਸ ਆ, ਸਿਰਫ 2 ਰੀਜਨਸ ਨੂੰ ਛੱਡ ਕੇ ਕੈਨੇਡਾ ਦੇ ਬਹੁਤ ਵੱਡਾ ਫਰਕ ਇਹਦੇ ਵਿੱਚ ਦੇਖਣ ਨੂੰ ਮਿਲ ਰਿਹਾ। ਔਰ ਇਹ ਬਹੁਤ ਇੱਕ ਹੈਰਾਨ ਕਰਨ ਵਾਲੇ ਅੰਕੜੇ ਨੇ ਜਿਹੜੇ ਸਾਡੇ ਸਾਹਮਣੇ ਆ ਰਹੇ ਨੇ ਕਿ ਜੇਕਰ ਦੋਵਾਂ ਰੀਜਨਸ ਨੂੰ ਕੱਢ ਦਿੱਤਾ ਜਾਵੇ ਤਾਂ 1,78,000 ਐਵਰੇਜ ਹੋਮ ਪ੍ਰਾਈਸ ਕੈਨੇਡਾ ਦੇ ਵਿੱਚ ਰਹਿ ਜਾਂਦੀ ਹੈ। ਜਿਹੜੇ ਟਰੱਕਰਸ ਇਕੱਠੇ ਹੋ ਕੇ ਓਟਵਾ ਗਏ ਸੀ ਔਰ ਉਹਨਾਂ ਨੇ ਲੰਬਾ ਸਮਾਂ ਪ੍ਰੋਟੈਸਟ ਕੀਤਾ ਤੇ ਪ੍ਰੋਟੈਸਟ ਬਾਕੀ ਥਾਵਾਂ ਦੇ ਉੱਤੇ ਵੀ ਫੈਲ ਗਿਆ, ਉਹਦੀ ਛਾਣਬੀਣ ਅਜੇ ਵੀ ਜਾਰੀ ਹੈ। ਉਹ ਗੱਲਬਾਤ ਅਜੇ ਖਤਮ ਨਹੀਂ ਹੋਈ। ਹੁਣ ਮਾਮਲਾ ਇੱਕ ਨਵਾਂ ਸਾਹਮਣੇ ਆਇਆ। ਟਰਾਂਸਪੋਰਟ ਕੈਨੇਡਾ ਇਸ ਵੇਲੇ ਇੱਕ ਚਾਰਟਰਡ ਫਲਾਈਟ ਬਾਰੇ ਇਨਵੈਸਟੀਗੇਸ਼ਨ ਕਰ ਰਿਹਾ ਜਿਹੜੀ ਉੱਥੇ ਆਈ ਸੀ, ਜਿਹਨੂੰ ਫਰੀਡਮ ਕਨਵੇ ਦੀ ਹੈਲਪ ਕਰਨ ਦੇ ਲਈ ਵੈਸਟਰਨ ਕੈਨੇਡਾ ਤੋਂ ਓਟਵਾ ਦੇ ਵਿੱਚ ਪਹੁੰਚੀ ਸੀ। ਤੇ ਹੁਣ ਮਾਮਲਾ ਇਹ ਆ ਵੀ ਜਿਹੜੇ ਲੋਕ ਉਸ ਫਲਾਈਟ ਦੇ ਵਿੱਚ ਉੱਥੇ ਆਏ ਸੀ, ਚਾਰਟਰਡ ਫਲਾਈਟ ਦੇ ਵਿੱਚ ਆਪਣੇ ਜਹਾਜ਼ ਦੇ ਵਿੱਚ ਉੱਥੇ ਪਹੁੰਚੇ ਸੀ, ਵੀ ਉਹਨਾਂ ਦੀ ਵੈਕਸੀਨ ਲੱਗੀ ਸੀ ਕਿ ਨਹੀਂ। ਪਤਾ ਲੱਗ ਰਿਹਾ ਕਿ ਉਹਨਾਂ ਦੀ ਵੈਕਸੀਨ ਨਹੀਂ ਲੱਗੀ ਸੀ। ਹੁਣ ਜਿਸ ਬੰਦੇ ਨੇ ਵੀ ਜਹਾਜ਼ ਦੇ ਵਿੱਚ ਸਫ਼ਰ ਕਰਨਾ ਉਹਨੂੰ ਵੈਕਸੀਨ ਲੱਗੀ ਹੋਣੀ ਚਾਹੀਦੀ ਆ, ਭਾਵੇਂ ਉਹ ਕਿਸੇ ਕੰਪਨੀ ਦੇ ਜਹਾਜ਼ ਵਿੱਚ ਜਾ ਰਿਹਾ ਜਾਂ ਆਪਣਾ ਜਹਾਜ਼ ਲੈ ਕੇ ਜਾ ਰਿਹਾ। ਇਹਨਾਂ ਲੋਕਾਂ ਦੀ ਜਿਹੜੇ ਟਰੱਕਰ ਸੀਗੇ ਉੱਥੇ, ਜਿਹੜਾ ਫਰੀਡਮ ਕਨਵੋਏ ਸੀਗਾ, ਜਿਹੜੀਆਂ ਰੈਸਟ੍ਰਿਕਸ਼ਨ ਸੀਗੀਆਂ ਇਹਦੇ ਖਿਲਾਫ ਜਿਹੜੇ ਲੋਕ ਉੱਥੇ ਬੋਲ ਰਹੇ ਸੀ, ਇਹਨਾਂ ਦੀ ਮਦਦ ਕਰਨ ਦੇ ਲਈ ਇੱਕ ਚਾਰਟਰਡ ਆਪਣੀ ਜਹਾਜ਼ ਲੈ ਕੇ ਲੋਕ ਉੱਥੇ ਪਹੁੰਚੇ ਸੀ। ਉਹਨਾਂ ਦੇ ਪਤਾ ਲੱਗ ਰਿਹਾ ਕਿ ਵੈਕਸੀਨ ਨਹੀਂ ਲੱਗੀ ਸੀ। ਇੱਕ ਪੈਸੰਜਰ ਜਿਹੜਾ ਉਹਦੇ ਵਿੱਚ ਸੀਗਾ ਉਹਨੇ ਦੱਸਿਆ ਕਿ ਉਹ ਵੈਕਸੀਨੇਟਡ ਨਹੀਂ ਸੀ। ਤੇ ਇਹ ਬੜੀ ਸਿੱਧੀ ਗੱਲ ਆ ਕਿ ਵਾਇਓਲੇਸ਼ਨ ਆ ਜਿਹੜੀ ਮੈਂਡੇਟ ਰਿਕੁਆਇਰਮੈਂਟ ਦੀ ਕਿ ਤੁਸੀਂ ਭਾਵੇਂ ਕਿਸੇ ਵੀ ਏਅਰਪੋਰਟ ਤੋਂ ਜਾ ਰਹੇ ਹੋ ਤੁਹਾਨੂੰ ਵੈਕਸੀਨੇਸ਼ਨ ਦਾ ਪ੍ਰੂਫ ਦੇਣਾ ਹੀ ਪਊਗਾ, ਭਾਵੇਂ ਤੁਸੀਂ ਆਪਣੇ ਜਹਾਜ਼ ਦੇ ਵਿੱਚ ਜਾ ਰਹੇ ਹੋ। ਟਰਾਂਸਪੋਰਟ ਕੈਨੇਡਾ ਨੇ ਇਸ ਇੰਸੀਡੈਂਟ ਬਾਰੇ ਉਹ ਕਹਿੰਦੇ ਸਾਨੂੰ ਪਤਾ ਆ ਕਿ ਇਹ ਕੁਛ ਵਾਪਰਿਆ ਹੈ ਤੇ ਅਸੀਂ ਇਹਦੇ ਬਾਰੇ ਹੁਣ ਛਾਣਬੀਣ ਅੱਗੇ ਜਾ ਕੇ ਕਰ ਰਹੇ ਹਾਂ। ਜਦੋਂ ਬੇਲ ਹੀਅਰਿੰਗ ਸੀਗੀ ਜਿਹੜੀ ਇਹਨਾਂ ਦੇ ਟਮਾਰਾ ਲਿਚ ਦੀ, ਕੁਛ ਲੀਡਰ ਜਿਹੜੇ ਇਹਨਾਂ ਦੇ ਟੌਪ ਦੇ ਲੀਡਰ ਸੀਗੇ ਉਹਨਾਂ ਦੇ ਵਿੱਚੋਂ ਇੱਕ ਟਮਾਰਾ ਲਿਚ ਸੀ। ਤੇ ਉਹਦੀ ਉਸ ਹੀਅਰਿੰਗ ਦੇ ਦੌਰਾਨ ਇਹ ਗੱਲ ਪਤਾ ਲੱਗੀ ਸੀ ਕਿ ਇੱਕ 2 ਫਰਵਰੀ ਨੂੰ ਪ੍ਰਾਈਵੇਟ ਜੈੱਟ ਪਹੁੰਚਿਆ ਸੀ ਤੇ ਉਹਦੇ ਐਕਸਪੈਂਸ ਵੀ ਇਹਨਾਂ ਦੇ ਸਪੋਰਟਰਾਂ ਨੇ ਕਵਰ ਕੀਤੇ ਸੀ। ਤੇ ਉਹਦੇ ਇੱਕ ਸਪੋਰਟਰ ਦਾ ਨਾਂ ਜੋਸਫ ਦੱਸ ਰਹੇ ਆ। ਹੁਣ ਇਹ ਏਰੋਸ ਜਿਹੜਾ ਆ
ਉਹ ਦੱਸਿਆ ਜਾ ਰਿਹਾ ਕਿ ਉਹਨੇ ਆਪਣੇ ਆਪ ਨੂੰ ਦੱਸਿਆ ਕਿ ਉਹ ਐਕਟਿੰਗ ਕੋ ਪ੍ਰੈਜ਼ੀਡੈਂਟ ਆ ਫਰੀडम 2022 ਹਿਊਮਨ ਰਾਈਟਸ ਐਂਡ ਫਰੀडम्स ਦਾ। ਸੋ ਕੋ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਦੱਸ ਰਿਹਾ ਹੈ ਉਹ, ਤੇ ਉਹ ਦੱਸ ਰਿਹਾ ਕਿ ਇਹ ਸਾਰੀ ਫੰਡਿੰਗ ਉਹਦੇ ਇੱਕ ਫੇਸਬੁੱਕ ਵੀਡੀਓ ਦੇ ਵਿੱਚ ਉਹਨੇ ਦੱਸਿਆ ਕਿ ਉਹਨੇ ਹੈਲਪ ਕੀਤੀ ਆ ਇਹ ਫਲਾਈਟ ਅਰੇਂਜ ਕਰਨ ਦੇ ਲਈ, ਤਾਂ ਕਿ ਜਿਹੜੇ ਵਕੀਲ ਇਹਨਾਂ ਲੋਕਾਂ ਦੀ ਮਦਦ ਕਰ ਰਹੇ ਆ ਉਹਨਾਂ ਵਕੀਲਾਂ ਨੂੰ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਤੋਂ ਜਹਾਜ਼ ਰਾਹੀਂ ਓਟਵਾ ਦੇ ਵਿੱਚ ਲਿਆਂਦਾ ਜਾ ਸਕੇ। ਚਾਰਟਰਡ ਫਲਾਈਟ ਇਸ ਓਟਵਾ ਦੇ ਵਿੱਚ ਆਈ ਆ, ਉਹਦੇ ਵਿੱਚ ਬੈਠੇ ਲੋਕਾਂ ਦੇ ਵੈਕਸੀਨ ਲੱਗੀ ਸੀ ਕਿ ਨਹੀਂ ਲੱਗੀ ਸੀ। ਹੁਣ ਜਿਹੜੀ ਜਦੋਂ ਤੁਸੀਂ ਵੈਕਸੀਨ ਮੈਂਡੇਟ ਕਾਰਨ ਉਹ ਕਹਿੰਦੇ ਵੀ ਇਹ ਲੋਕ ਕਮਰਸ਼ੀਅਲ ਫਲਾਈਟ ਤੇ ਨਹੀਂ ਆ ਸਕਦੇ, ਔਰ ਜਿਹੜੇ ਵਾਇਰ ਰੋਡ ਆਉਂਦੇ ਆ ਤਾਂ ਬਹੁਤ ਦਿਨ ਲੱਗ ਜਾਂਦੇ ਉੱਥੇ ਪਹੁੰਚਣ ਨੂੰ, ਜਿਹੜੇ ਵੱਖ-ਵੱਖ ਹਿੱਸਿਆਂ ਤੋਂ ਜੇ ਇੱਧਰਲੇ ਪਾਸਿਓਂ ਵੀ ਜਾਣਾ ਹੋਵੇ ਕਿਸੇ ਨੇ ਓਟਵਾ ਨੂੰ, ਤੇ ਜਹਾਜ਼ ਰਾਹੀਂ ਜਾਂਦੇ ਆ ਤਾਂ ਉੱਥੇ ਵੈਕਸੀਨ ਚਾਹੀਦੀ ਆ, ਤੇ ਉਹ ਆਪਣੀ ਫਲਾਈਟ ਲੈ ਕੇ ਉੱਥੇ ਚਲੇ ਗਏ ਆ। ਉਹ ਕਹਿੰਦੇ ਅਸੀਂ ਓਟਵਾ ਦੇ ਵਿੱਚ ਗਏ ਆ, ਉਹਨਾਂ ਨੂੰ ਲੈ ਕੇ ਗਏ ਆ, ਤੇ ਟਰਾਂਸਪੋਰਟ ਕੈਨੇਡਾ ਇਸ ਚਾਰਟਰਡ ਫਲਾਈਟ ਦੇ ਵਿੱਚ ਵੀ ਜਿਹੜੀਆਂ ਮੋਸਟ ਮਤਲਬ ਉਡਤਾ ਉਹ ਕੈਨੇਡੀਅਨ ਏਅਰਪੋਰਟਸ ਤੋਂ ਹੀ ਰਹੀਆਂ ਆ, ਉੱਥੇ ਵੀ ਪ੍ਰੂਫ ਆਫ ਕੋਵਿਡ-19 ਵੈਕਸੀਨੇਸ਼ਨ ਦੇਣਾ ਜ਼ਰੂਰੀ ਹੁੰਦਾ ਹੈ। ਤੇ ਬਹੁਤ ਘੱਟ ਫਲਾਈਟਾਂ ਹੈ ਜਿਹੜੀਆਂ ਐਗਜ਼ੈਂਪਟ ਕੀਤੀਆਂ ਜਿਨ੍ਹਾਂ ਦੇ ਵਿੱਚ ਵੈਕਸੀਨੇਸ਼ਨ ਨਹੀਂ ਚਾਹੀਦੀ। ਸੋ ਮਾਮਲਾ ਕਾਨੂੰਨ ਨੂੰ ਭੰਗ ਕਰਨ ਦਾ ਆ, ਕਾਨੂੰਨ ਭੰਗ ਹੋਇਆ, ਵੈਕਸੀਨ ਤੋਂ ਬਿਨਾਂ ਲੋਕ ਜਹਾਜ਼ ਦੇ ਵਿੱਚ ਸਫ਼ਰ ਕਰਕੇ ਗਏ ਆ। ਜਿਹੜੀਆਂ ਚਾਰਟਰ ਕੰਪਨੀਜ਼ ਆ ਉਹਨਾਂ ਦੇ ਨਾਲ ਗੱਲਬਾਤ ਨਿਊਜ਼ ਏਜੰਸੀਜ਼ ਨੇ ਕੀਤੀ ਹੈ, ਤਾਂ ਉਹ ਕਹਿੰਦੇ ਵੀ ਪ੍ਰੂਫ ਆਫ ਵੈਕਸੀਨੇਸ਼ਨ ਪ੍ਰਾਈਵੇਟ ਚਾਰਟਰਸ ਦੇ ਉੱਤੇ ਵੀ ਚਾਹੀਦਾ ਹੈ। ਬਹੁਤ ਸਾਰੇ ਵਕੀਲ ਸੀ ਜਿਹੜੇ ਐਡਮਿੰਟਨ ਬੇਸਡ ਇੱਕ ਐਡਮਿੰਟਨ ਦੀ ਜਸਟਿਸ ਸੈਂਟਰ ਫॉर ਕਨਸਟੀਟਿਊਸ਼ਨਲ ਫਰੀडम ਸੀਗੀ, ਉਹ ਓਟਵਾ ਦੇ ਵਿੱਚ ਆਇਆ ਇਸ ਪ੍ਰੋਟੈਸਟ ਦੇ ਦੌਰਾਨ, ਤੇ ਚਾਰਟਰ ਕੰਪਨੀ ਨੇ ਵੀ ਇਹਨਾਂ ਦੀ ਮਦਦ ਕੀਤੀ ਹੈ ਪ੍ਰੋਟੈਸਟ ਕਰਨ ਵਾਲਿਆਂ ਦੀ। ਜਿਨ੍ਹਾਂ ਦਾ ਜਹਾਜ਼ ਸੀ ਉਹ ਵੀ ਕਹਿੰਦੇ ਸਿਰਫ ਮਤਲਬ ਤੇਲ ਦੇ ਖਰਚਾ ਲੈ ਕੇ ਤੇ ਉਹ ਆ ਗਏ, ਬਹੁਤ ਘੱਟ ਰੇਟ ਦੇ ਉੱਤੇ, ਜਿਹੜੇ ਸੁਪਰ ਰਿਡਿਊਸ ਰੇਟ ਇਹਨਾਂ ਦੇ ਕਹਿਣ ਮੁਤਾਬਿਕ, ਤੇ ਬੇਸਿਕਲੀ ਸਿਰਫ ਤੇ ਸਿਰਫ ਫਿਊਲ ਦਾ ਖਰਚਾ ਹੀ ਉਹਨਾਂ ਨੇ ਲੈ ਕੇ ਇਹਨਾਂ ਨੂੰ ਉੱਥੇ ਪਹੁੰਚਾਇਆ। ਉਹਦਾ ਕਾਰਨ ਕੀ ਸੀ? ਜਿਹੜੀ ਇਹ ਪ੍ਰਾਈਵੇਟ ਕੰਪਨੀ ਸੀਗੀ ਇਹ ਮਦਦ ਕਿਉਂ ਕਰ ਰਹੀ ਸੀ, ਚਾਰਟਰ ਕੰਪਨੀ ਕਿਉਂ ਮਦਦ ਕਰ ਰਹੀ ਸੀ? ਕਿਉਂਕਿ ਜਦੋਂ ਇਹ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਲੱਗੀਆਂ ਤਾਂ ਜਹਾਜ਼ਾਂ ਦਾ ਕੰਮਕਾਰ ਵੀ ਘਟ ਗਿਆ, ਉਹ ਲੋਕ ਵੀ ਮਤਲਬ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਪਿਆ, ਤੇ ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਸੀ, ਤੇ ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਹਾਂ ਤੇ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ। ਉਹ ਵੀ ਨਾਲ ਮਦਦ ਉਹਨਾਂ ਨੇ ਇਸ ਤਰੀਕੇ ਨਾਲ ਕੀਤੀ ਕਿ ਸਿਰਫ ਤੇਲ ਪਾਣੀ ਦੇ ਖਰਚੇ ਉੱਤੇ ਉਹ ਜਹਾਜ਼ ਦੇ ਵਿੱਚ ਇਹਨਾਂ ਲੋਕਾਂ ਨੂੰ ਲੈ ਕੇ ਓਟਵਾ ਚਲੇ ਗਏ ਆ। ਵੈਕਸੀਨ ਮੈਂਡੇਟ ਨਾਲ ਉਹ ਵੀ ਹਿੱਟ ਹੋਏ ਸੀਗੇ। ਫਿਰ ਉਹ ਕਹਿੰਦੇ ਅਸੀਂ ਰਸਤੇ ਦੇ ਵਿੱਚ ਰੁਕੇ ਵੀ ਹਾਂ, ਇੱਥੋਂ ਜਾਣ ਤੋਂ ਬਾਅਦ ਮੈਡੀਸਨ ਹੈਟ ਰੁਕਿਆ, ਉਹ ਜਿਹੜੀ ਡਾਇਨ ਲਿਚ ਉਹਦਾ ਹਸਬੈਂਡ ਟਮਾਰਾ ਲਿਚ ਦਾ, ਉਹਨੂੰ ਚੱਕਿਆ। ਫਿਰ ਉਹ ਕਹਿੰਦੇ ਅਸੀਂ ਸਸਕਾਟੂਨ ਰੁਕੇ ਆ, ਜਿਹੜੀ ਉੱਥੇ ਜਾਣ ਤੋਂ ਪਹਿਲਾਂ ਰਜਾਈਨਾ ਰੁਕੇ ਆ। ਸੋ ਉਹ ਇਹਨਾਂ ਥਾਵਾਂ ਤੋਂ ਹੁੰਦੇ ਹੋਏ ਉੱਥੇ ਪਹੁੰਚੇ ਆ, ਤੇ ਏਅਰਕ੍ਰਾਫਟ ਜਿਹੜਾ ਦੱਸਦੇ ਆ ਕਿ ਨਦਰਨ ਏਅਰ ਚਾਰਟਰ PR ਇਨਕੋਰਪੋਰੇਸ਼ਨ ਜਿਹੜੀ ਏਅਰ ਆਪਰੇਟਰ ਸੀਗੇ ਉਹਨਾਂ ਦੁਆਰਾ ਆਪਰੇਟ ਕੀਤਾ ਗਿਆ, ਤੇ ਪੀਸ ਰਿਵਰ ਅਲਬਰਟਾ ਦੇ ਵਿੱਚ ਸਿਚੁਏਟਡ ਆ। ਸੋ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾਊਗੀ ਕਿ ਇਹਦੇ ਵਿੱਚ ਆਉਣ ਵਾਲੇ ਲੋਕ ਠੀਕ ਸੀਗੇ, ਵੈਕਸੀਨ ਤੋਂ ਬਿਨਾਂ ਆਇਆ ਜਾ ਸਕਦਾ, ਜਾਂ ਹੁਣ ਇਹਨਾਂ ਦੇ ਉੱਤੇ ਕਿਹੜੀ ਕਾਰਵਾਈ ਹੁੰਦੀ ਆ। ਹਾਲਾਂਕਿ ਬਹੁਤ ਸਾਰੇ ਸਵਾਲ ਉਹ ਜਿਹੜਾ ਉਹ ਪ੍ਰੋਟੈਸਟ ਸੀਗਾ ਉਹਦੇ ਨਾਲ ਸੰਬੰਧਿਤ ਉੱਠ ਰਹੇ ਆ, ਪਰ ਇੱਕ ਨਵੀਂ ਚਰਚਾ ਫਲਾਈਟ ਦੀ ਜਿਹੜੀ ਇਨਵੈਸਟੀਗੇਸ਼ਨ ਇਹ ਵੀ ਇਹਦਾ ਇੱਕ ਹਿੱਸਾ ਬਣ ਗਈ। ਰੂਸ ਯੂਕਰੇਨ ਜੰਗ ਅਜੇ ਵੀ ਜਾਰੀ ਆ, 20ਵਾਂ ਦਿਨ ਆ। ਰੂਸ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਮੇਤ 13 ਅਮਰੀਕੀ ਨੇਤਾਵਾਂ ਨੂੰ ਆਪਣੇ ਦੇਸ਼ ਦੇ ਵਿੱਚ ਆਉਣ ਤੇ ਪਾਬੰਦੀ ਲਾ ਦਿੱਤੀ ਹੈ। ਬਾਈਡਨ ਤੋਂ ਇਲਾਵਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੱਖਿਆ ਮੰਤਰੀ ਲਾਇਡ ਆਸਟਨ ਤੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਇਹਨਾਂ ਸਾਰਿਆਂ ਦੇ ਉੱਤੇ ਉਹਨਾਂ ਨੇ ਬੈਨ ਲਾ ਦਿੱਤਾ। ਦੂਜੇ ਪਾਸੇ ਯੂਕਰੇਨ ਨੇ ਕੀਵ ਦੇ ਵਿੱਚ ਕਰਫਿਊ ਜਾਰੀ ਰੱਖਣ ਦਾ ਫੈਸਲਾ ਲਿਆ। ਅਮਰੀਕਾ ਦਾ TV ਚੈਨਲ ਫੌਕਸ ਨਿਊਜ਼, ਉਹਨਾਂ ਦੇ ਸੀਨੀਅਰ ਫੋਟੋ ਜਰਨਲਿਸਟ ਪਿਆਰੇ ਜਾਕਰਵੇਸਕੀ ਦੀ ਯੂਕਰੇਨ ਦੇ ਵਿੱਚ ਕਵਰੇਜ ਦੇ ਦੌਰਾਨ ਮੌਤ ਹੋ ਗਈ ਆ। ਦੱਸਿਆ ਜਾ ਰਿਹਾ ਕਿ ਉਹਦੀ ਕਾਰ ਰੂਸੀ ਫਾਇਰਿੰਗ ਦੀ ਲਪੇਟ ਦੇ ਵਿੱਚ ਆ ਗਈ। ਹੁਣ ਇਹਦੇ ਤੋਂ ਬਾਅਦ ਸਿਚੁਏਸ਼ਨ ਉਸੇ ਤਰ੍ਹਾਂ ਹੀ ਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਗੱਲ ਕਹੀ ਹੈ ਕਿ ਰੂਸ ਦੇ ਖਿਲਾਫ ਯੂਕਰੇਨ ਨੂੰ ਅਸੀਂ ਹਥਿਆਰ ਜਿਹੜੇ ਦੇਵਾਂਗੇ। ਯੂਕਰੇਨ ਦੇ ਸ਼ਰਨਾਰਥੀਆਂ ਦੇ ਲਈ ਅਮਰੀਕਾ ਨੇ ਵੀ ਉਹਨਾਂ ਨੂੰ ਆਗਿਆ ਦੇ ਦਿੱਤੀ ਕਿ ਅਸੀਂ ਤੁਹਾਨੂੰ ਰੋਟੀ ਪਾਣੀ ਜਾਂ ਹੋਰ ਜਿਹੜੀ ਵੀ ਸਹਾਇਤਾ ਚਾਹੀਦੀ ਆ ਉਹ ਤੁਹਾਨੂੰ ਭੇਜਾਂਗੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਅੱਜ ਸਾਡੇ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕੀਤਾ। ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਰੂਸ ਦੇ ਹਮਲਿਆਂ ਨੂੰ ਹੁਣ ਤੱਕ 97 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸੋ ਅੱਜ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜਦੋਂ ਸੰਬੋਧਨ ਕੀਤਾ ਤਾਂ ਸਾਰਿਆਂ ਨੇ ਪਾਰਲੀਮੈਂਟ ਜਿਹੜੀ ਭਰੀ ਸੀਗੀ, ਅੱਜ ਵਰਚੁਅਲ ਸਪੀਚ ਸੀਗੀ ਹਾਊਸ ਆਫ ਕਾਮਨਸ ਦੇ ਵਿੱਚ। ਜ਼ੈਲੈਂਸਕੀ ਨੇ ਕੈਨੇਡੀਅਨਸ ਨੂੰ ਕਿਹਾ ਕਿ ਤੁਸੀਂ ਕਲਪਨਾ ਕਰਕੇ ਦੇਖੋ ਉਸ ਸਮੇਂ ਦੀ ਜਦੋਂ ਜੇ ਕਿਸੇ ਦੇਸ਼ ਦੇ ਉੱਤੇ ਇੱਦਾਂ ਦਾ ਹਮਲਾ ਹੋਇਆ ਵੀ ਜਿਸ ਤਰ੍ਹਾਂ ਦਾ ਹਮਲਾ ਸਾਡੇ ਉੱਤੇ ਹੋਇਆ। ਉਹ ਕਹਿੰਦੇ ਤੁਸੀਂ ਮਤਲਬ ਇਮੈਜਿਨ ਕਰੋ ਕਿ ਤੁਹਾਡਾ CN ਟਾਵਰ ਟੋਰਾਂਟੋ ਦੇ ਵਿੱਚ ਜੇ ਉਹਨੂੰ
ਰਸ਼ੀਆ ਦੇ ਬੰਬ ਹਿੱਟ ਕਰ ਦੇਣ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰੋਗੇ। ਉਹ ਕਹਿੰਦੇ ਸਾਡੀ ਹਰ ਰਾਤ ਬਹੁਤ ਡਰਾਵਣੀ ਰਾਤ ਆ, ਜਿੰਨੇ ਖਤਰਨਾਕ ਤਰੀਕੇ ਦੇ ਨਾਲ ਸਾਨੂੰ ਤਬਾਹ ਕੀਤਾ ਜਾ ਰਿਹਾ। ਅੱਜ ਹਾਊਸ ਆਫ ਕਾਮਨਸ ਫੁੱਲ ਸੀਗੀ। ਪਿਛਲੇ 2 ਸਾਲਾਂ 'ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਬਹੁਤ ਸਾਰੇ MP ਇਨ ਪਰਸਨ ਉੱਥੇ ਆਏ ਆ। ਉਹਨਾਂ ਨੇ ਦਰਜਨਾਂ ਹੀ ਆਪਣੇ ਗੈਸਟ ਇਨਵਾਈਟ ਕੀਤੇ ਸੀ ਪਬਲਿਕ ਗੈਲਰੀ ਦੇ ਵਿੱਚ। ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਧੰਨਵਾਦ ਵੀ ਕੀਤਾ ਕਿ ਕੈਨੇਡਾ ਜਿਹੜੀ ਮਦਦ ਕਰ ਰਿਹਾ, ਜਿਹੜੀ ਅਸਿਸਟੈਂਸ ਦੇ ਰਿਹਾ, ਜਾਂ ਪਿਛਲੇ ਹਫ਼ਤਿਆਂ ਦੇ ਵਿੱਚ ਇਹਨਾਂ ਨੇ ਸਾਡੀ ਮਦਦ ਕੀਤੀ ਹੈ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਹੋਰ ਮਦਦ ਦੀ ਲੋੜ ਆ। ਜ਼ੈਲੈਂਸਕੀ ਨੇ ਲਗਾਤਾਰ ਕਿਹਾ ਕਿ ਜਿਹੜੀ ਨੈਟੋ ਅਲਾਈਜ਼ ਆ ਉਹਨਾਂ ਨੂੰ ਇਨਫੋਰਸ ਕੀਤਾ ਕਿ ਨੋ ਫਲਾਈ ਜ਼ੋਨ ਦੇ ਲਈ। ਅਤੇ ਜੇ ਉਹ ਕਹਿੰਦੇ ਤੁਸੀਂ ਇਹ ਸਾਰੇ ਕੁਛ ਦੇ ਵਿੱਚ ਇਮੈਜਨ ਕਰਕੇ ਦੇਖੋ ਕਿ ਸਾਡੀ ਸਿਚੁਏਸ਼ਨ ਕਿਸ ਤਰ੍ਹਾਂ ਦੀ ਆ। ਵਿਰੋਧੀ ਧਿਰ ਦੇ ਆਗੂ NDP ਦੇ ਜਗਮੀਤ ਸਿੰਘ ਹੋਣਾ ਨੇ ਵੀ ਉਹਨਾਂ ਦੀ ਸਿਫਤ ਕੀਤੀ। ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੇ ਯੂਕਰੇਨ ਵਾਸੀ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਅਤੇ ਅਸੀਂ ਹਰ ਸਟੈਪ ਦੇ ਉੱਤੇ ਕੈਨੇਡਾ ਵਾਸੀ ਉਹਨਾਂ ਦੇ ਨਾਲ ਆ ਅਤੇ ਹਰ ਤਰ੍ਹਾਂ ਦੇ ਨਾਲ ਉਹਨਾਂ ਦਾ ਸਾਥ ਦੇਵਾਂਗੇ। ਸੋ ਇਸ ਗੱਲ ਨੇ ਅੱਜ ਕਾਫੀ ਜਿਹੜੀ ਚਰਚਾ ਦੇ ਵਿੱਚ ਰਹੀ ਹੈ। ਪਹਿਲਾਂ ਕੁਛ ਦਿਨ ਪਹਿਲਾਂ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਇੱਥੇ ਸੰਬੋਧਨ ਕਰਨ ਦੇ ਲਈ, ਅਤੇ ਹੁਣ ਅੱਜ ਜਦੋਂ ਉਹਨਾਂ ਨੇ ਸੰਬੋਧਨ ਕੀਤਾ ਤਾਂ ਇਸ ਗੱਲ ਦੇ ਲਈ ਲੋਕਾਂ ਦੇ ਵਿੱਚ ਵੀ ਜਿਹੜਾ ਬਹੁਤ ਸਾਰਾ ਉਤਸ਼ਾਹ ਆ। ਇੱਕ ਸਰਵੇ ਵੀ ਕੀਤਾ ਗਿਆ, ਉਸ ਸਰਵੇ ਦੇ ਵਿੱਚ ਜਿਹੜੇ ਸਾਰੇ ਕੈਨੇਡੀਅਨ ਜਿਹੜੇ ਹੈਗੇ ਨੇ ਉਹ ਇਹਦੇ ਵਿੱਚ ਯੂਕਰੇਨ ਦੇ ਨਾਲ ਖੜੇ ਨੇ। ਕੈਨੇਡਾ ਵਾਸੀ ਯੂਕਰੇਨ ਦੇ ਨਾਲ ਖੜੇ ਆ ਤਾਂ ਆਪਣੀ ਸਰਕਾਰ ਤੋਂ ਜਾਂ ਆਪਣੇ ਦੇਸ਼ ਤੋਂ ਇਹ ਮੰਗ ਕਰ ਰਹੇ ਆ ਵੀ ਉਹਨਾਂ ਦੀ ਹੋਰ ਮਦਦ ਕੀਤੀ ਜਾਵੇ। ਯੂਕਰੇਨ ਦੇ ਲੋਕ ਜਿਹੜੇ ਇਸ ਸਾਰੇ ਕੁਛ ਦੇ ਪੀੜਤ ਨੇ, ਉਹਨਾਂ ਦੀ ਕਈ ਤਰੀਕਿਆਂ ਦੇ ਨਾਲ ਮਦਦ ਕੀਤੀ ਜਾ ਰਹੀ ਆ। ਬਹੁਤ ਸਾਰੇ ਕੈਨੇਡੀਅਨਸ ਨੇ ਉਹਨਾਂ ਲੋਕਾਂ ਦੇ ਲਈ ਆਪਣੇ Airbnb ਦੇ ਥਰੂ ਘਰ ਖੋਲ੍ਹ ਦਿੱਤੇ ਆ ਅਤੇ ਟੈਂਪਰੇਰਲੀ ਲਗਭਗ 1 ਲੱਖ ਦੇ ਕਰੀਬ ਰਿਫਿਊਜੀਆਂ ਲਈ ਥਾਂ ਬਣਾਇਆ। ਫਰਵਰੀ ਦੇ ਵਿੱਚ Airbnb ਜਿਹੜੀ ਇੱਕ ਕੰਪਨੀ ਆ ਜਿਹੜੀ ਘਰਾਂ ਨੂੰ ਰੈਂਟ ਕਰਦੀ ਆ ਅਤੇ ਫਿਰ ਉੱਥੇ ਜਾ ਕੇ ਕੋਈ ਵੀ ਰਹਿੰਦਾ ਆ, ਉਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਉਹ 1 ਲੱਖ ਯੂਕਰੇਨ ਦੇ ਨਿਵਾਸੀਆਂ ਦੇ ਲਈ ਫ੍ਰੀ ਰਹਿਣ ਦਾ ਪ੍ਰਬੰਧ ਕਰਨਗੇ। ਅਤੇ ਜਿਹੜੇ ਇਸ ਰਸ਼ੀਆ ਦੇ ਉੱਥੇ ਆਉਣ ਦੇ ਨਾਲ ਡਿਸਪਲੇਸ ਹੋਏ ਆ, ਉਸ ਅਪਡੇਟ ਦੇ ਵਿੱਚ ਕੱਲ੍ਹ ਉਹਨਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਆ ਕਿ 21,500 ਨਵੇਂ ਘਰਾਂ ਨੇ ਸਾਈਨ ਅਪ ਕੀਤਾ ਆ, ਜਿਹਦੇ ਵਿੱਚ 14,000 ਯੂਰਪ 'ਚ ਨੇ, 4,000 ਅਮਰੀਕਾ 'ਚ ਨੇ ਅਤੇ 700 ਕੈਨੇਡਾ ਵਿੱਚ ਨੇ। ਸੋ Airbnb ਇੱਕ ਕੰਪਨੀ ਆ, ਉਹ ਕੰਪਨੀ ਤੁਹਾਡਾ ਘਰ ਰੈਂਟ 'ਤੇ ਲੈਂਦੀ ਆ। ਤੁਹਾਡਾ ਘਰ ਦੇ ਵਿੱਚ ਇੱਕ ਸੈਪਰੇਟ ਜਿਹੜਾ ਜਿਹਦਾ ਬੇਸਮੈਂਟ ਜਾਂ ਕੋਈ ਵੱਖਰਾ ਕਮਰਾ ਹੁੰਦਾ ਆ, ਉਹ ਤੁਸੀਂ ਉਹ ਕੰਪਨੀ ਦੇ ਉੱਤੇ ਪਾ ਦਿੰਦੇ ਹੋ। ਉੱਥੋਂ ਫਿਰ ਕੋਈ ਵੀ ਬੁੱਕ ਕਰ ਲੈਂਦਾ ਅਤੇ ਚਾਬੀ ਚੱਕ ਕੇ ਉੱਥੇ ਰਹਿ ਕੇ ਅਤੇ ਪਹਿਲਾਂ ਪੇ ਕਰਕੇ ਚਲਿਆ ਜਾਂਦਾ। ਕੈਨੇਡਾ ਦੇ ਵਿੱਚ ਲੋਕਾਂ ਨੇ ਯੂਕਰੇਨ ਵਾਸੀਆਂ ਦੀ ਇਸ ਤਰੀਕੇ ਨਾਲ ਵੀ ਮਦਦ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੇ ਯੂਕਰੇਨ ਦੇ ਵਿੱਚ Airbnb ਦੇ ਨਾਲ ਸਾਈਨ ਅਪ ਕੀਤਾ ਸੀ, ਜਿਹੜੇ ਉਹ ਘਰਾਂ ਦੇ ਵਿੱਚ ਆਪਣੇ ਇੱਕ ਵੱਖਰਾ ਜਿਹੜਾ ਥੋੜ੍ਹਾ ਜਿਹਾ ਪਾਰਟ ਰੱਖਿਆ ਸੀ ਕਿ ਕਿਰਾਏ 'ਤੇ ਦੇਣ ਦੇ ਲਈ, ਜਿਹੜੀ Airbnb ਦੇ ਥਰੂ ਕਿਰਾਏ 'ਤੇ ਦਿੱਤਾ ਜਾਂਦਾ ਸੀ, ਲੋਕਾਂ ਨੇ ਉਹ ਬੁੱਕ ਕਰ ਲਿਆ ਸੀ ਕਿ ਤੁਹਾਡੇ ਘਰ ਦੇ ਵਿੱਚ ਇੱਕ ਕਮਰਾ ਕਿਰਾਏ 'ਤੇ ਦੇਣ ਲਈ ਖਾਲੀ ਆ, ਅਸੀਂ ਇਹਨੂੰ ਬੁੱਕ ਕਰ ਲੈਂਦੇ ਹਾਂ 15 ਦਿਨਾਂ ਦੇ ਲਈ, ਅਤੇ ਇਹਦਾ $1,000 ਜਾਂ ਇੰਨਾ ਜਿਹੜੀ ਇਹਦੀ ਰੈਂਟ ਆ ਉਹ ਅਸੀਂ ਤੁਹਾਨੂੰ ਪੇ ਕਰ ਦਿੱਤਾ, ਪਰ ਅਸੀਂ ਰਹਿਣਾ ਨਹੀਂ ਇੱਥੇ। ਉਹਦਾ ਕਾਰਨ ਇਹ ਸੀ ਕਿ ਹੁਣ ਯੂਕਰੇਨ 'ਚ ਰਹਿਣ 'ਤੇ ਜਾ ਨਹੀਂ ਸਕਦੇ ਲੋਕ। ਉਹ ਬੁੱਕ ਕਰ ਲਿਆ, ਉਹਨਾਂ ਦਾ ਪੇ ਕਰ ਦਿੱਤਾ ਤਾਂ ਕਿ ਉਹਨਾਂ ਦੀ ਆਰਥਿਕ ਮਦਦ ਹੋ ਸਕੇ, ਕਿਉਂਕਿ ਲੋਕਾਂ ਨੂੰ ਸਮਝ ਨਹੀਂ ਸੀ ਆਉਂਦਾ ਕਿ ਯੂਕਰੇਨ ਨਿਵਾਸੀਆਂ ਦੀ ਮਦਦ ਕਰਨਾ ਚਾਹੁੰਦੇ ਆ ਕੈਨੇਡਾ ਦੇ ਵਿੱਚ ਬੈਠੇ ਲੋਕ, ਪਰ ਇਹ ਨਹੀਂ ਪਤਾ ਲੱਗ ਰਿਹਾ ਕਿ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ। ਇੱਕ ਉਹ ਤਰੀਕਾ ਸੀ। ਦੂਜਾ, ਹੁਣ ਲੋਕਾਂ ਨੇ Airbnb ਕੰਪਨੀ ਦੇ ਨਾਲ ਸਾਈਨ ਅਪ ਕਰਨਾ ਸ਼ੁਰੂ ਕਰ ਦਿੱਤਾ। 21,500 ਨੇ ਸਾਈਨ ਅਪ ਕੀਤਾ, ਜਿਹਦੇ ਵਿੱਚੋਂ 700 ਜਿਹੜਾ ਕੈਨੇਡਾ ਦੇ ਵਿੱਚ ਆ ਕਿ ਤੁਸੀਂ ਆਓ ਅਤੇ ਸਾਡੇ ਕੋਲ ਜੇਕਰ ਰਹਿੰਦੇ ਆ ਤਾਂ ਅਸੀਂ ਤੁਹਾਨੂੰ ਥਾਂ ਦੇਵਾਂਗੇ। Airbnb ਕੰਪਨੀ ਨੇ ਜਿਹੜਾ $36 ਮਿਲੀਅਨ ਤੋਂ ਜ਼ਿਆਦਾ ਯੂਕਰੇਨ ਦੀ ਸਪੋਰਟ ਕਰਨ ਦੇ ਲਈ ਰੇਜ਼ ਕੀਤਾ ਆ। ਉਹਨਾਂ ਦੀ ਟਵਿੱਟਰ ਪੋਸਟ ਦੇ ਉੱਤੇ ਦੱਸਿਆ ਗਿਆ ਸੀ, ਉਹਨਾਂ ਦੇ CEO ਅਤੇ ਕੋ-ਫਾਊਂਡਰ ਨੇ ਇਹ ਦੱਸਿਆ ਸੀ ਕਿ ਲਗਾਤਾਰ ਜਿਹੜੀ ਗੈਸਟ ਬੁਕਿੰਗ ਆ ਉਹਦੇ ਤੋਂ ਯੂਕਰੇਨ ਦੇ ਵਿੱਚ $15 ਮਿਲੀਅਨ ਰੇਜ਼ ਕੀਤਾ ਗਿਆ, ਅਤੇ ਜਿਹੜੀਆਂ 4,34,000 ਨਾਈਟਸ ਜਿਹੜੀਆਂ ਉਹ ਬੁੱਕ ਹੋਈਆਂ। ਸੋ ਉਹ ਕਹਿੰਦੇ ਅਸੀਂ ਇਹ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ। ਇਹ ਜਿਹੜੇ ਫੰਡ ਹੈਗੇ ਇਹਦੇ ਵਿੱਚ $17 ਮਿਲੀਅਨ ਜਿਹੜਾ Airbnb ਨੇ ਡੋਨੇਟ ਕੀਤਾ ਇਹ ਸਾਰੇ ਕੁਛ ਦੇ ਲਈ। 4.5 ਮਿਲੀਅਨ ਤੋਂ ਜ਼ਿਆਦਾ ਜਿਹੜਾ ਰੇਜ਼ ਕੀਤਾ ਗਿਆ। 50,000 ਲੋਕਾਂ ਨੇ ਡੋਨੇਸ਼ਨ ਦਿੱਤੀ ਆ 92 ਦੇਸ਼ਾਂ ਦੇ ਵਿੱਚੋਂ, ਅਤੇ $6,25,000 ਜਿਹੜਾ Airbnb ਦੇ ਇੰਪਲੋਈਜ਼ ਨੇ, ਉਹਦੇ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਇਹਦੇ ਲਈ ਜਿਹੜਾ ਦਾਨ ਕੀਤਾ ਆ। ਸੋ ਹੁਣ ਲੋਕ ਮਦਦ ਕਰ ਰਹੇ ਆ। ਇੱਕ ਨਵੀਂ ਜਿਹੜੀ ਪੋਲ ਆ, ਜਿਹੜਾ ਸਰਵੇ ਆ, ਉਹਦੇ ਵਿੱਚ ਦੱਸਦੇ ਆ ਕਿ ਕੈਨੇਡੀਅਨ ਇਹ ਯਕੀਨ ਕਰ ਰਹੇ ਆ ਜਾਂ ਇਹ ਮੰਨ ਰਹੇ ਆ ਜਾਂ ਇਹ ਆਸ ਕਰਦੇ ਆ ਕਿ ਨੈਟੋ ਅਲਾਈਜ਼ ਜਿਹੜੇ ਆ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਰੂਸ ਦੇ ਵਿੱਚ ਆਪਣੀ ਮਿਲਟਰੀ ਲੈ ਕੇ ਉੱਥੇ ਇੰਟਰਵੀਨ ਕਰਨ ਦੇ ਲਈ, ਕਿਉਂਕਿ ਉਹ ਯੂਕਰੇਨ ਦੇ ਵਿੱਚ ਆਇਆ।
ਆਨਲਾਈਨ ਸਰਵੇ ਦੇ ਵਿੱਚ 1515 ਕੈਨੇਡੀਅਨ ਉਹਨਾਂ ਨੇ ਲਏ ਆ ਤੇ 1002 ਅਮਰੀਕਨ ਲਏ ਆ ਤੇ ਇਹ ਆ ਸ਼ੁੱਕਰਵਾਰ ਤੋਂ ਐਤਵਾਰ ਦੇ ਵਿਚਕਾਰ ਇਹ ਸਰਵੇ ਕੰਡਕਟ ਕੀਤਾ ਗਿਆ, ਪੋਲ ਕੰਡਕਟ ਕੀਤੀ ਗਈ ਆ ਤੇ ਇਹਦੇ ਵਿੱਚ ਕੋਈ ਉਹਨਾਂ ਨੇ ਮਾਰਜਨ ਆਫ ਐਰਰ ਨਹੀਂ ਦਿੱਤਾ ਤੇ ਨੈਟੋ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਇਹ ਸਾਰੇ ਕੁਛ ਦੇ ਵਿੱਚੋਂ ਗੱਲ ਸਮਝ ਆਉਂਦੀ ਆ ਕਿ ਪਹਿਲੀ ਵਾਰ ਲੋਕ ਖੁੱਲ੍ਹ ਕੇ ਸਾਹਮਣੇ ਆ ਕੇ ਦੱਸ ਰਹੇ ਆ ਕਿ ਸਾਨੂੰ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਉਣੀਆਂ ਚਾਹੀਦੀਆਂ। 49% ਯਾਨੀ ਕਿ ਅੱਧੇ ਦੇ ਕਰੀਬ ਕੈਨੇਡੀਅਨ ਹਜੇ ਵੀ ਯਕੀਨ ਕਰਦੇ ਆ ਕਿ ਇਸ ਲੜਾਈ ਦਾ ਡਿਪਲੋਮੈਟਿਕ ਹੱਲ ਸੰਭਵ ਹੈਗਾ, ਵੀ ਗੱਲਬਾਤ ਨਾਲ ਮਸਲਾ ਨਿਬੜ ਸਕਦਾ। ਅੱਧੇ ਕੈਨੇਡੀਅਨ ਅਜੇ ਵੀ ਇਹ ਮੰਨਦੇ ਆ, ਪਰ ਉਹ ਵੀ ਕਹਿੰਦੇ ਆ ਕਿ ਜਿਹੜਾ ਇਹ ਬਹੁਤੇ ਇਹ ਵੀ ਮੰਨਦੇ ਆ ਕਿ ਇਹ ਲੰਬਾ ਸਮਾਂ ਜਾਰੀ ਰਹਿਣਾ, ਇਹ 2 4 10 ਦਿਨਾਂ ਜਾਂ ਹਫ਼ਤੇ 10 ਦਿਨ ਦੇ ਵਿੱਚ ਮੁੱਕਣ ਵਾਲੀ ਗੱਲਬਾਤ ਨਹੀਂ ਹੈ। 65% ਕੈਨੇਡੀਅਨ ਇਹ ਕਹਿੰਦੇ ਆ ਕਿ ਸਰਕਾਰ ਨੂੰ ਉਹਨਾਂ ਦੇ ਉੱਤੇ ਜ਼ਿਆਦਾ ਹੋਰ ਖਤਰਨਾਕ ਸੈਂਕਸ਼ਨਸ ਜਿਹੜੀਆਂ ਲਾਉਣੀਆਂ ਚਾਹੀਦੀਆਂ, ਸਖਤੀ ਕਰਨੀ ਚਾਹੀਦੀ ਹੈ ਉਹਨਾਂ ਦੇ ਉੱਤੇ। ਤੇ ਜਿਹੜਾ ਭਾਵੇਂ ਕਿ ਇਹਦੇ ਨਾਲ ਗੈਸ ਪ੍ਰਾਈਸ ਵੱਧ ਜਾਵੇ, ਉਹ ਕਹਿੰਦੇ ਵੈਸਟਰਨ ਕੰਟਰੀਜ਼ ਦੇ ਵਿੱਚ, ਪਰ ਫਿਰ ਵੀ ਉਹ ਰਸ਼ੀਆ ਨੂੰ ਸਬਕ ਜ਼ਰੂਰ ਸਿਖਾਉਣਾ ਚਾਹੀਦਾ, ਉਹਦੇ ਉੱਤੇ ਜ਼ਿਆਦਾ ਸੈਂਕਸ਼ਨਸ ਲਾਉਣੀਆਂ ਚਾਹੀਦੀਆਂ। ਤੇ ਸੋ ਇਹ ਸਾਰੇ ਕੁਛ ਦੇ ਵਿੱਚ ਇਹ ਲੜਾਈ ਅਜੇ ਉਸੇ ਤਰ੍ਹਾਂ ਚੱਲ ਰਹੀ ਆ। ਕਈ ਫੈਕਟਰ ਇਹਦੇ ਵਿੱਚ ਦੇਖਣ ਨੂੰ ਮਿਲ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਦਾ ਦੁਨੀਆ ਦੇ ਵਿੱਚ, ਕਿਸ ਤਰੀਕੇ ਦੇ ਨਾਲ ਇਹ ਕਨਫਲਿਕਟ ਵੱਧਦਾ ਆ, ਕਿਸ ਤਰੀਕੇ ਨਾਲ ਇਹਨੂੰ ਹੱਲ ਕੀਤਾ ਜਾ ਸਕਦਾ, ਇਹ ਸਿਰਫ ਯੂਕਰੇਨ ਜਾਂ ਰਸ਼ੀਆ ਦੇ ਸਾਹਮਣੇ ਹੀ ਨਹੀਂ, ਪੂਰੀ ਦੁਨੀਆ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ। ਕੈਨੇਡਾ ਦੇ ਵਿੱਚ ਬਾਕੀ ਵਿਕਸਿਤ ਮੁਲਕਾਂ ਵਾਂਗ ਕੰਮ ਦੇ 1 ਘੰਟੇ ਦੇ ਕਿੰਨੇ ਮਿਨੀਮਮ ਡਾਲਰ ਦੇਣੇ ਇਹ ਨਿਸ਼ਚਿਤ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2017 ਦੇ ਨੇੜੇ ਤੇੜੇ $11 ਤੇ ਕੁਛ ਸੈਂਟ ਜਿਹੜੇ ਕਿ ਕੈਨੇਡਾ ਦੇ ਵਿੱਚ ਸਾਰਿਆਂ ਨਾਲੋਂ ਘੱਟ ਮੰਨੇ ਜਾਂਦੇ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕ ਇਸ ਗੱਲ ਦੀ ਮੰਗ ਕਰਦੇ ਸੀ ਕਿ ਸਾਡੇ ਵੀ ਮਿਨੀਮਮ ਵੇਜਸ ਵਧਾਏ ਜਾਣ। ਲੋਕ ਬ੍ਰਿਟਿਸ਼ ਕੋਲੰਬੀਆ ਤੋਂ ਬਾਕੀ ਪ੍ਰੋਵਿੰਸਿਸ ਵੱਲ ਜਾਣ ਬਾਰੇ ਸੋਚਦੇ ਸੀ। ਅੱਜ ਹਾਲਤ ਇਹ ਆ ਕਿ ਬਹੁਤ ਸਾਰੇ ਮਾਈਗ੍ਰੇਸ਼ਨ ਬਾਕੀ ਪ੍ਰੋਵਿੰਸਿਸ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਰਹੀ ਆ। ਉਹਦੇ ਵਿੱਚ ਵੱਡਾ ਕਾਰਨ ਇਹ ਆ ਕਿ ਮਿਨੀਮਮ ਵੇਜਸ ਇੱਥੇ ਵੱਧ ਰਹੇ ਆ। ਕੱਲ੍ਹ ਅਨਾਊਂਸਮੈਂਟ ਹੋਈ ਆ 1 ਜੂਨ ਤੋਂ ਮਿਨੀਮਮ ਵੇਜਸ ਜਿਹੜੇ 45 ਸੈਂਟ ਹੋਰ ਵੱਧ ਜਾਣੇ ਆ। ਦੂਜੀ ਇਹ ਸਾਰੇ ਕੁਛ ਦੇ ਵਿੱਚ ਸਾਨੂੰ ਖੁਸ਼ੀ ਦੀ ਗੱਲ ਇਹ ਹੁੰਦੀ ਆ ਕਿ ਹੈਰੀ ਬੈਂਸ ਜਿਹੜੇ ਕਿਰਤ ਮੰਤਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ। ਬੈਂਸ ਸਾਹਿਬ ਥੋੜ੍ਹਾ ਜਿਹਾ ਦੱਸਿਓ ਇਸ ਅਨਾਊਂਸਮੈਂਟ ਬਾਰੇ ਜੀ। ਇਹ 2017 ਤੋਂ ਲੈ ਕੇ ਹੁਣ ਤੱਕ ਅਸੀਂ ਸਭ ਤੋਂ ਵੱਧ ਮਿਨੀਮਮ ਵੇਜਸ ਦੇਣ ਵਾਲਾ ਪ੍ਰੋਵਿੰਸ ਬਣ ਜਾਣਾ, ਇਹ ਸਫ਼ਰ ਕਿੱਦਾਂ ਦਾ ਸੀ ਜੀ? ਜੀ ਦੇਖੋ, ਜਦੋਂ ਸਰਕਾਰ ਬਣੀ, ਜਿੱਦਾਂ ਤੁਸੀਂ ਕਿਹਾ ਕਿ BC ਦੀ ਜਿਹੜੀ ਮਿਨੀਮਮ ਵੇਜ ਸੀ ਉਹ ਵਨ ਆਫ ਦਾ ਲੋਐਸਟ ਇਨ ਦ ਕੰਟਰੀ ਸੀਗੀ, ਅਤੇ ਅਸੀਂ ਇਹ ਸੋਚਿਆ ਕਿ ਇਹ ਜਾਇਜ਼ ਨਹੀਂ ਹੈਗਾ, ਕਿਉਂਕਿ ਜਿਹੜੇ ਲੋਐਸਟ ਪੇਡ ਵਰਕਰ ਹੈਗੇ ਆ ਉਹਨਾਂ ਨੂੰ ਪਿੱਛੇ ਨਹੀਂ ਧੱਕਣਾ ਚਾਹੀਦਾ, ਕਿ ਉਹਨਾਂ ਨੂੰ ਵੀ ਉੱਪਰ ਉੱਠਣ ਦਾ ਮੌਕਾ ਮਿਲਣਾ ਚਾਹੀਦਾ। ਸੋ ਅਸੀਂ ਫੇਅਰ ਪ੍ਰੈਕਟਿਸਿਸ ਕਮਿਸ਼ਨ ਬਿਠਾਇਆ, ਫੇਅਰ ਵੇਜਸ ਕਮਿਸ਼ਨ ਜਿਨ੍ਹਾਂ ਦੇ ਵਿੱਚ ਇਕੋਨਮਿਸਟ ਹੈਗੇ ਆ, ਲੇਬਰ ਲੀਡਰ ਹੈਗੇ ਆ, ਅਤੇ UBC ਦੇ ਪ੍ਰੋਫੈਸਰ ਹੈਗੇ। ਉਹਨਾਂ ਨੇ ਫਿਰ ਆਪਣੀ ਰਿਪੋਰਟ ਤਿਆਰ ਕੀਤੀ, ਸਾਰੇ ਸੂਬੇ ਦੇ ਵਿੱਚ ਲੋਕਾਂ ਨੂੰ ਮਿਲ ਕੇ, ਸਮਾਲ ਬਿਜ਼ਨਸ, ਬਾਕੀ ਬਿਜ਼ਨਸ ਵਰਕਰਸ ਅਤੇ ਇਕੋਨਮਿਸਟ ਨੂੰ ਮਿਲਿਆ, ਔਰ ਉਹਨਾਂ ਨੇ ਫਿਰ ਰਿਪੋਰਟ ਦਿੱਤੀ ਕਿ ਜੋ ਕੁਛ ਉਹਨਾਂ ਨੇ ਸੁਣਿਆ ਕਿ ਇੰਪਲੋਇਰ ਸਾਈਡ ਵੀ ਇਹ ਚਾਹੁੰਦੀ ਕਿ ਸਾਨੂੰ ਸਰਟਨਟੀ ਚਾਹੀਦੀ ਆ। ਸੋ ਉਹਦੇ ਨਾਲ ਇਹ ਵੀ ਆ ਵੀ ਜਿਹੜੇ ਲੋਅਸਟ ਪੇਡ ਵਰਕਰ ਹੈਗੇ ਉਹਨਾਂ ਦਾ ਵੀ ਜਿਹੜਾ ਲਿਵਿੰਗ ਸਟੈਂਡਰਡ ਆ ਉੱਪਰ ਉੱਠਣਾ ਚਾਹੀਦਾ। ਸੋ ਉਹ ਅਸੀਂ 4 ਸਾਲ ਦੇ ਵਿੱਚ $15 ਤੱਕ ਪਹੁੰਚਾ ਦਿੱਤਾ। ਉਹ ਪਿਛਲੇ ਸਾਲ ਜੂਨ ਦੇ ਵਿੱਚ $15.20 ਹੋ ਗਏ ਸੀ, ਜਿਹੜੇ ਕਿ ਸਾਰੇ ਸੂਬਿਆਂ ਨਾਲੋਂ ਵੱਧ ਆ ਕੈਨੇਡਾ ਦੇ ਵਿੱਚ। ਤਾਂ ਫਿਰ ਉਹਨਾਂ ਦੀ ਇੱਕ ਰეკਮੈਂਡੇਸ਼ਨ ਇਹ ਵੀ ਸੀਗੀ ਕਿ ਉਸ ਤੋਂ ਬਾਅਦ ਜਦੋਂ ਤੁਸੀਂ $15 ਤੇ ਪਹੁੰਚ ਗਏ ਤਾਂ ਫਿਰ ਤੁਸੀਂ ਉਹਨੂੰ ਰੇਟ ਆਫ ਇਨਫਲੇਸ਼ਨ ਨਾਲ ਟਾਈਟ ਕਰ ਦਿਓ, ਤਾਂ ਕਿ ਅਗੇਨ ਉਹ ਜਿਹੜੀ ਸਰਟਨਟੀ ਇੰਪਲੋਇਰ ਨੂੰ ਚਾਹੀਦੀ, ਖਾਸ ਤੌਰ 'ਤੇ ਸਮਾਲ ਬਿਜ਼ਨਸ ਨੂੰ, ਅਤੇ ਨਾਲ ਦੀ ਨਾਲ ਵਰਕਰ ਜਿਹੜੇ ਹੈਗੇ ਆ, ਲੋਅਸਟ ਪੇਡ ਵਰਕਰ ਹੈਗੇ, ਉਹਨਾਂ ਦਾ ਵੀ ਜਿਹੜਾ ਲਿਵਿੰਗ ਸਟੈਂਡਰਡ ਉਹਦੇ ਜਿੱਦਾਂ ਕੀਮਤਾਂ ਵਧੀਆਂ ਉਹਦੇ ਨਾਲ ਤੁਰਿਆ ਜਾਏਗਾ। ਸੋ ਕੱਲ੍ਹ ਜਿਹੜਾ ਆਪਾਂ ਅਨਾਊਂਸਮੈਂਟ ਕੀਤਾ ਕਿ ਪਿਛਲੇ ਸਾਲ ਦੀ ਜਿਹੜੀ ਆਪਾਂ ਐਵਰੇਜ ਰੇਟ ਆਫ ਇਨਫਲੇਸ਼ਨ BC ਦੀ ਹੋਈ ਆ ਉਹ 2.8% ਸੀਗੀ। ਉਹਦੇ ਮੁਤਾਬਕ ਅਸੀਂ $15.20 ਜਿਹੜਾ ਅੱਜ ਦਾ ਰੇਟ ਆ ਉਹਨੂੰ ਐਡ ਕਰਕੇ $15.65 BC ਦਾ ਮਿਨੀਮਮ ਵੇਜ ਹੋ ਜਾਏਗਾ, ਜਿਹੜਾ ਕਿ ਕੈਨੇਡਾ ਦੇ ਸਭ ਤੋਂ ਵੱਧ ਹੀ ਰਹੇਗਾ। ਇਹ ਮੈਨੂੰ ਇਸ ਚੀਜ਼ ਦੀ ਖੁਸ਼ੀ। ਬਾਕੀ ਸੂਬੇ ਵੀ ਸਾਡੇ ਵੱਲ ਦੇਖ ਕੇ ਹੁਣ ਥੋੜ੍ਹੀਆਂ ਵੇਜਸ ਨੂੰ ਵਧਾ ਰਹੇ ਆ, ਪਰ ਮੈਨੂੰ ਇਸ ਗੱਲ ਦਾ ਮਾਣ ਹੈਗਾ ਕਿ ਆਪਾਂ ਬਹੁਤ ਸੌਖੇ ਤਰੀਕੇ ਦੇ ਨਾਲ ਵਰਕਰਾਂ ਦੀ ਜਿਹੜੀ ਹੈਗੀ ਆ ਡਿਮਾਂਡ ਉਹ ਵੀ ਪੂਰੀ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਜਿਹੜਾ ਆਪਣਾ ਹੈਗਾ ਬਿਜ਼ਨਸਿਸ ਆ ਉਹਨਾਂ ਨਾਲ ਵੀ ਸਪੋਰਟ ਦੇ ਕੇ ਤਾਂ ਆਪਾਂ ਬੈਲੈਂਸ ਅਪਰੋਚ ਦੇ ਤੁਰੇ ਜਾਂਦੇ ਹਾਂ। ਵੈਸੇ ਵੀ ਕਿਹਦੇ ਨਾਲ ਹੋਰ ਗੱਲਬਾਤ ਚੱਲ ਰਹੀ ਹੈ ਵੀ ਇੱਥੇ ਰਹਿਣਾ ਅਜੇ ਵੀ ਬਹੁਤ ਮਹਿੰਗਾ ਆ। ਜੇ $15.65 ਹੋ ਜਾਂਦੇ ਆ, ਉਹਦੇ ਬਾਵਜੂਦ ਵੀ ਘੱਟੋ ਘੱਟ $20 ਮਿਨੀਮਮ ਚਾਹੀਦੇ ਕਿ $5 ਦਾ ਗੈਪ ਆ ਜੇ ਸਾਰਾ ਰਹਿਣ ਸਹਿਣ ਦਾ ਖਰਚਾ ਪਾਉਣਾ ਹੋਵੇ। ਇਹਨੂੰ ਕਿੱਦਾਂ ਟੈਕਲ ਕਰੋਗੇ ਜੀ?
ਜੀ ਉਹ ਜਿਹੜਾ ਫੇਅਰ ਵੇਜਸ ਕਮਿਸ਼ਨ ਸੀ ਅਸੀਂ ਬਿਠਾਇਆ, ਉਹਦੇ ਇੱਕ ਲਾਸਟ ਜਿਹੜਾ ਕੰਮ ਉਹਨਾਂ ਨੂੰ ਦਿੱਤਾ ਸੀ ਮੈਂ, ਉਹ ਸੀਗਾ ਕਿ ਜਿਹੜੀ ਲਿਵਿੰਗ ਵੇਜ ਆ ਤੇ ਮਿਨੀਮਮ ਵੇਜ ਆ, ਉਹਦਾ ਜਿਹੜਾ ਗੈਪ ਆ ਉਹ ਆਪਾਂ ਕਿੱਦਾਂ ਉਹਨੂੰ ਹੈਂਡਲ ਕਰੀਏ। ਸੋ ਉਹਦੇ ਨਾਲ ਉਹਦੀ ਰਿਪੋਰਟ ਸਾਨੂੰ ਆਉਣ ਵਾਲੀ ਆ। ਮੇਰਾ ਖਿਆਲ, ਮੈਨੂੰ ਆਸ ਸੀ ਕਿ ਪਿਛਲੇ ਸਾਲ ਦੇ ਅਖੀਰ ਤੱਕ ਘਰ ਨੂੰ ਆ ਜਾਂਦੀ, ਹਾਲੇ ਤਾਂ ਨਹੀਂ ਆਈ ਹੈਗੀ। ਕੋਵਿਡ ਨੇ ਕਾਫੀ ਕੁਛ ਪਿੱਛੇ ਪਾ ਦਿੱਤਾ। ਉਹ ਜਦੋਂ ਰਿਪੋਰਟ ਆਈ, ਉਹਨਾਂ ਦੀ ਰੈਕਮੈਂਡੇਸ਼ਨ ਤੇ ਆਪਾਂ ਫਿਰ ਵਿਚਾਰ ਕਰਕੇ ਤੇ ਉਹਦੇ ਤੇ ਫਿਰ ਉਸ ਵੇਲੇ ਡਿਸੀਜਨ ਬਣਾ ਸਕਦੇ ਹਾਂ। 17 ਦੇ ਵਿੱਚ ਇਹ ਬਾਰ-ਬਾਰ ਸਵਾਲ ਹੁੰਦੇ ਸੀ ਮਿਨੀਮਮ ਵੇਜਸ ਬਹੁਤ ਘੱਟ ਆ ਇੱਥੇ, ਇਹ ਪਲਾਨਡ ਸੀਗਾ ਇੱਥੇ ਤੱਕ ਆਉਣ ਦਾ ਉਦੋਂ ਹੀ ਤੁਹਾਡਾ ਜੀ? ਬਿਲਕੁਲ। ਅਸੀਂ ਦੇਖੋ, BC ਦੇ ਵਿੱਚ ਮਿਨੀਮਮ ਵੇਜ ਜਿਹੜੀ ਆ 10 ਸਾਲ ਤੱਕ ਫਰੀਜ਼ ਰਹੀ। ਉਹ 2001 ਤੋਂ ਲੈ ਕੇ 2010 ਤੱਕ। ਅੱਜ ਜਿਹੜੇ ਸਾਡੇ BC ਲਿਬਰਲ ਦੇ ਅੱਜ ਦੇ ਨਵੇਂ ਲੀਡਰ ਹੈਗੇ, ਇਹਨਾਂ ਦੇ ਦੌਰਾਨ ਇਹ ਸਾਰਾ ਕੁਝ ਹੋਇਆ ਸੀਗਾ। ਤੇ ਨਾਲ ਦੀ ਨਾਲ ਜਿਹੜੇ ਕਿ ਹਾਈਐਸਟ ਅਰਨਡ ਲੋਕ ਸੀਗੇ 1%, ਉਹਨਾਂ ਨੂੰ ਟੈਕਸ ਬ੍ਰੇਕ ਮਿਲਦਾ ਹੁੰਦਾ ਸੀ। ਸੋ ਲੋਕਾਂ ਨੇ ਦੇਖਿਆ ਕਿ ਇਹ ਅਨਜਸਟਿਸ ਹੈ, ਇਹ ਸਹੀ ਨਹੀਂ ਹੈਗਾ। ਸੋ ਅਸੀਂ ਕਮਿਟਮੈਂਟ ਕੀਤੀ ਸੀ ਆਪਣੀ ਇਲੈਕਸ਼ਨ ਦੇ ਵਿੱਚ ਕਿ ਅਸੀਂ ਮਿਨੀਮਮ ਵੇਜ $15 ਤੇ ਲੈ ਜਾਵਾਂਗੇ, ਔਰ ਅਸੀਂ ਉਹ ਫੇਅਰ ਵੇਜ ਦੇ ਕਮਿਸ਼ਨ ਦੇ ਥਰੂ ਉਹਨਾਂ ਦੀ ਰੈਕਮੈਂਡੇਸ਼ਨ ਮੁਤਾਬਕ ਕਿੱਦਾਂ ਅਸੀਂ $15 ਤੇ ਪਹੁੰਚਣਾ, ਤਾਂ ਕਿ ਤੁਸੀਂ ਇੱਕਦਮ ਵੀ $4-5 ਨਹੀਂ ਵਧਾ ਸਕਦੇ। ਤੇ ਨਾਲ ਦੀ ਨਾਲ ਗ੍ਰੈਜੂਅਲੀ ਪ੍ਰੈਡਿਕਟੇਬਲ ਜਿਹੜਾ ਇਨਕਰੀਜ਼ ਹੋਏਗਾ। ਉਸ ਤੋਂ ਬਾਅਦ ਅੱਗੇ ਚੱਲ ਕੇ ਅਸੀਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਉਹਨੂੰ ਅਸੀਂ ਰੇਟ ਆਫ ਇਨਫਲੇਸ਼ਨ ਨਾਲ ਐਡ ਕਰ ਦੇਵਾਂਗੇ, ਤਾਂ ਕਿ ਜਿਹੜਾ ਬਿਜ਼ਨਸ ਆ, ਜਿਹੜੇ ਸਰਟਨਟੀ ਚਾਹੁੰਦੇ ਆ, ਉਹਨਾਂ ਨੂੰ ਵੀ ਗ੍ਰੈਜੂਅਲ ਇਨਕਰੀਜ਼, ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਦੀ ਕਾਸਟ ਆਫ ਜਿਹੜੀ ਲੇਬਰ ਕਿੰਨੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕਿ ਆਪਣਾ ਬਜਟ ਉਸ ਤਰ੍ਹਾਂ ਪਲਾਨ ਕਰ ਸਕਣ। ਤੇ ਵਰਕਰ ਵੀ ਜਿਹੜੀ ਹੈਗੀ ਆ, ਜਦੋਂ ਕਾਸਟ ਆਫ ਲਿਵਿੰਗ ਵੱਧਦੀ ਤਾਂ ਨਾਲ ਉਹਦੇ ਨਾਲ ਤੁਰੇ ਜਾਣਗੇ। ਬੈਂਸ ਸਾਹਿਬ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਿੱਥੇ ਸਾਨੂੰ ਇਹ ਮਿਨੀਮਮ ਵੇਜਸ ਵਧਣ ਦੀ ਖੁਸ਼ੀ ਆ, ਉੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਵੀ ਇਹ ਅਨਾਊਂਸਮੈਂਟ ਹੈਰੀ ਬੈਂਸ ਕਰ ਰਹੇ ਆ। ਜਦੋਂ ਅਸੀਂ ਹੈਰੀ ਬੈਂਸ ਉਹਨਾਂ ਦਾ ਨਾਮ ਲੈ ਰਹੇ ਹਾਂ, ਤਾਂ ਅਸੀਂ ਕੈਨੇਡਾ ਦੀ ਬਿਊਟੀ ਵੀ ਦੇਖ ਰਹੇ ਹਾਂ ਕਿ ਜਿੱਥੇ 1971 ਦੇ ਵਿੱਚ ਇੱਕ ਵਿਅਕਤੀ ਫਗਵਾੜੇ ਦੇ ਨੇੜੇ ਹਰਦਾਸਪੁਰ ਪਿੰਡ ਤੋਂ ਉੱਠ ਕੇ ਕੈਨੇਡਾ ਦੇ ਵਿੱਚ ਆਉਂਦੇ ਆ, ਮਿੱਲ ਦੇ ਵਿੱਚ ਕੰਮ ਕਰਦੇ ਆ, ਕਿਰਤ ਕਰਦੇ ਆ, ਤੇ ਅੱਜ ਉਹ ਕਿਰਤ ਮੰਤਰੀ ਨੇ। ਲੋਕਾਂ ਨੇ ਬੜਾ ਲੰਬਾ ਸਮਾਂ ਇਹਨਾਂ ਨੂੰ ਜਿਹੜਾ ਇੱਥੇ ਮੈਂਡੇਟ ਦਿੱਤਾ, ਇਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਇਹਨਾਂ ਦੇ ਹੱਕ ਦੇ ਵਿੱਚ ਲੋਕ ਆਉਂਦੇ ਰਹੇ ਆ। ਬੈਂਸ ਸਾਹਿਬ, ਇੱਕ ਵੇਲੇ ਤੁਸੀਂ ਕੰਮ ਕਰਦੇ ਸੀ, ਆਪ ਲੇਬਰ ਕਰਦੇ ਸੀ, ਉਦੋਂ ਮਿਨੀਮਮ ਵੇਜਸ ਸੀਗੇ, ਤੇ ਅੱਜ ਤੁਸੀਂ ਅਨਾਊਂਸਮੈਂਟ ਕਰ ਰਹੇ ਆ ਕਿ ਉਹ ਮਿਨੀਮਮ ਵੇਜਸ ਵਧਾ ਰਹੇ ਹੋ। ਇਹ ਸਫ਼ਰ ਨੂੰ ਕਿੱਦਾਂ ਦੇਖਦੇ ਹੋ ਜੀ? ਦੇਖੋ, ਸਫ਼ਰ ਕਾਫੀ ਲੰਬਾ, ਇਹ ਐਕਚੁਅਲੀ ਮੇਰੇ ਬਾਰੇ ਨਹੀਂ ਹੈਗੀ ਗੱਲ। ਆਪਾਂ ਜੇ ਪਿੱਛੇ ਹਿਸਟਰੀ ਦੇਖੀਏ, ਜਦੋਂ ਸਾਡੇ ਲੋਕ ਪਹਿਲਾਂ ਆਉਣੇ ਇੱਥੇ ਸ਼ੁਰੂ ਹੋਏ ਆ, ਉਸ ਵੇਲੇ ਜਦੋਂ ਸਾਤੋਂ ਵੋਟ ਪਾਉਣ ਦਾ ਹੱਕ ਹੋਇਆ, ਕਾਮਾਗਾਟਾ ਮਾਰੂ ਦਾ ਵੀ ਕੰਮ ਹੋਇਆ, ਕੰਟੀਨਿਊਸ ਜਰਨੀ ਦੀ ਗੱਲ ਹੋਈ। ਮਤਲਬ ਉਹਦੇ ਪਿੱਛੇ ਇਹ ਸੀਗਾ ਜਿਹੜੇ ਸਾਡੇ ਵਰਗੇ ਲੋਕ ਆ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਰੱਖਣਾ, ਜੇ ਇੱਥੇ ਆ ਗਏ ਉਹਨਾਂ ਨੂੰ ਕੋਈ ਹੱਕ ਨਹੀਂ ਦੇਣਾ। ਤੇ ਸਾਡੇ ਜਿਹੜੇ ਪਿੱਛੇ ਲੋਕ ਆਏ ਸਭ ਤੋਂ ਪਹਿਲਾਂ, ਇਹ ਉਹਨਾਂ ਦੀ ਕਾਰਨ ਆ ਜਿਨ੍ਹਾਂ ਨੇ ਸਾਨੂੰ ਉਹਨਾਂ ਹੀ ਕੁਰਸੀਆਂ ਤੇ ਬਿਠਾਇਆ, ਜਿਨ੍ਹਾਂ ਕੁਰਸੀਆਂ ਤੇ ਬਹਿ ਕੇ ਡਿਸੀਜਨ ਬਣਾਏ ਜਾਂਦੇ ਸੀ ਕਿ ਜਿਹੜੇ ਮੇਰੇ ਵਰਗੇ ਲੋਕ ਆ ਕੈਨੇਡਾ 'ਚ ਆਉਣ ਹੀ ਨਾ, ਜੇ ਆਉਣ ਤਾਂ ਇੱਥੇ ਆ ਕੇ ਉਹਨਾਂ ਕੋਲ ਹੱਕ ਨਾ ਮਿਲੇ। ਅੱਜ ਇਹ ਕੈਨੇਡਾ ਦੀ ਇੱਕ, ਮੈਂ ਕਹੂੰਗਾ ਕਿ ਸਾਡਾ ਸਿਰ ਝੁਕਦਾ ਕੈਨੇਡਾ ਦੇਸ਼ ਵੱਲ ਵੀ, ਕਿ ਅੱਜ ਸਾਨੂੰ ਉਹਨਾਂ ਹੀ ਕੁਰਸੀਆਂ ਤੇ ਬਿਠਾ ਕੇ ਅਸੀਂ ਲੋਕਾਂ ਲਈ ਡਿਸੀਜਨ ਬਣਾ ਰਹੇ ਹਾਂ। ਇਹ ਸਾਰੇ ਦਾ ਸਾਰਾ ਮੈਂ ਕਹਿੰਦਾ ਸਿਹਰਾ ਜਿਹੜੇ ਸਭ ਤੋਂ ਪਹਿਲਾਂ ਲੋਕ ਆਏ ਆ ਉਹਨਾਂ ਤੇ ਅੱਜ ਦੇ ਲੋਕ ਜਿਹੜੇ ਆ ਹਮੇਸ਼ਾ ਤਿਆਰ ਰਹਿੰਦੇ ਆ ਕਿ ਅਸੀਂ ਕਿੱਦਾਂ ਇੱਕ ਦੂਜੇ ਦੀ ਮਦਦ ਕਰਕੇ ਕੈਨੇਡਾ ਨੂੰ ਹੋਰ ਵਧੀਆ ਵਧਾਈਏ, ਸਾਡਾ ਨਾਂ ਕੈਨੇਡਾ ਦਾ ਹੋਰ ਵੀ ਵਧੀਆ ਹੋਵੇ। ਆਈ ਥਿੰਕ ਇਹ ਸਾਰਾ ਸਿਹਰਾ ਉਹਨਾਂ ਨੂੰ ਜਾਂਦਾ। ਬੈਂਸ ਸਾਹਿਬ, ਇੱਕ ਸਮਾਂ ਉਹ ਵੀ ਸੀ, ਅਸੀਂ ਸੁਣਦੇ ਹਾਂ, ਤੁਸੀਂ ਇਹਨੂੰ ਕਨਫਰਮ ਕਰਿਓ, ਕਿ ਇੱਕ ਲੰਚ ਰੂਮ ਦੇ ਵਿੱਚ ਬੈਠ ਕੇ ਲੰਚ ਵੀ ਨਹੀਂ ਕਰਨ ਦਿੱਤਾ ਜਾਂਦਾ ਸੀ, ਜਿਹੜੇ ਤੁਸੀਂ ਲੋਕ ਸੀਗੇ ਲੇਬਰ ਕਰਨ ਵਾਲੇ, ਤੇ ਜਿਹੜੇ ਦੂਜੇ ਚਿੱਟੀ ਚਮੜੀ ਵਾਲੇ ਸੀਗੇ। ਇਹ ਜੀ ਸਾਡੇ ਨਾਲ ਆਪਣੇ ਹੱਡੀ ਹੰਡਾਈਆਂ ਗੱਲਾਂ ਹੈਗੀਆਂ, ਹੋਰ ਵਰਕਰਾਂ ਨੇ ਵੀ ਹੰਡਾਈਆਂ ਹੋਣਗੀਆਂ ਜ਼ਰੂਰ। ਮੈਨੂੰ ਯਾਦ ਆ, ਮਿਲ ਦੇ ਵਿੱਚ ਗਏ ਜਿੱਥੇ ਲਿਖਿਆ ਸੀਗਾ ਵੀ ਹਿੰਦੂ ਕਰੀ ਸਟਿੰਕਸ, ਵੀ ਵਾਈਟ ਮੈਨ ਦਾ ਲੰਚ ਰੂਮ ਹੈਗਾ ਆ, ਤੁਸੀਂ ਬਾਕੀ ਬਾਹਰ ਰਹੋ। ਉੱਥੋਂ ਸਾਨੂੰ ਇਹ ਮਿਲੀ ਇੱਕ ਕਿਸਮ ਦਾ ਹੌਸਲਾ ਕਿ ਸਾਨੂੰ ਇਹ ਜਿਹੜੀ ਅਨਜਸਟਿਸਿਸ ਹੋ ਰਹੀ ਆ, ਇਹਦੇ ਸਾਹਮਣੇ ਕਿੱਦਾਂ ਖੜਨਾ, ਤੇ ਉਹ ਲੋਕਾਂ ਨੂੰ ਅਸੀਂ ਆਪਣੇ ਨਾਲ ਕਿੱਦਾਂ ਰਲਾਉਣਾ ਕਿ ਦੇਖੋ ਅਸੀਂ ਸਾਰੇ ਇੱਕੋ ਜਿਹੇ ਆ। ਅਸੀਂ ਸਾਰਿਆਂ ਨੇ ਰਲ ਕੇ ਇਹ ਕੈਨੇਡਾ ਨੂੰ ਇੱਥੇ ਦੇ ਲਿਆਂਦਾ। ਇੰਡੀਜਨਸ ਲੋਕ ਸਭ ਤੋਂ ਪਹਿਲਾਂ ਸੀ, ਉਦੋਂ ਬਾਅਦ ਤਾਂ ਸਾਰੇ ਇਮੀਗ੍ਰੈਂਟ ਆ। ਸੋ ਇੱਥੇ ਕੋਈ ਵੀ ਇਹੋ ਜਿਹਾ ਉੱਪਰ ਨੀਚ ਵਾਲਾ ਨਹੀਂ ਗੱਲ ਹੈਗੀ। ਪਰ ਇਹ ਕੈਨੇਡਾ ਦੀ ਇੱਕ ਕਹਿਣਾ ਕਿ ਔਰ ਕੈਨੇਡਾ ਦੇ ਲੋਕਾਂ ਦੀ ਖਾਸ ਤੌਰ 'ਤੇ ਇਹ ਚੀਜ਼ ਸਿਫਤ ਆ ਕਿ ਇਹ ਇਨਕਲੂਸਿਵ ਕੈਨੇਡਾ ਬਣਾਉਣਾ ਚਾਹੁੰਦੇ ਆ। ਹੁਣ ਸਾਡਾ ਵੀ ਫਰਜ਼ ਬਣਦਾ ਕਿ ਜੋ ਕੁਛ ਸਾਨੂੰ ਕੈਨੇਡਾ ਨੇ ਦਿੱਤਾ, ਸਾਤੋਂ ਆਉਣ ਵਾਲੇ ਪਹਿਲਾਂ ਨੇ ਸਾਡੇ ਵਾਸਤੇ ਕੈਨੇਡਾ ਤਿਆਰ ਕਰਕੇ ਸਾਨੂੰ ਸੌਂਪਿਆ, ਅਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਰਹੀਆਂ ਉਹਨਾਂ ਵਾਸਤੇ ਇਦੋਂ ਵੀ ਵਧੀਆ ਕੈਨੇਡਾ ਛੱਡ ਕੇ ਜਾਈਏ, ਤਾਂ ਕਿ ਉਹ ਵੀ ਕੈਨੇਡਾ ਨੂੰ ਹੋਰ ਵੀ ਵਧੀਆ ਜਸਟਿਸ ਵਾਲਾ ਹੋਵੇ, ਹੋਰ ਵੀ ਇਕੁਅਲ ਹੋਵੇ, ਹੋਰ ਵੀ ਇਨਕਲੂਸਿਵ ਕੈਨੇਡਾ ਹੋ ਕੇ ਬਣਾ ਕੇ। ਆਈ ਥਿੰਕ ਬਹੁਤ ਪੋਟੈਂਸ਼ੀਅਲ ਹੈਗਾ ਸਾਡਾ ਕੈਨੇਡਾ ਨੂੰ ਹੋਰ ਵੀ ਉੱਪਰ ਲਿਜਾਣ ਦਾ। ਵੈਸੇ ਆਖਰੀ ਸਵਾਲ, 17 ਦੇ ਵਿੱਚ ਜਦੋਂ ਤੁਸੀਂ ਆਏ ਹੋ, ਤਾਂ ਇੱਕ ਗੱਲ ਇਹ ਮੰਨੀ ਜਾਂਦੀ ਸੀ ਵੀ ਜਿਹੜੇ ਲਿਬਰਲਸ ਨੇ, ਇਹ ਜਦੋਂ ਇਹ ਆਉਂਦੇ ਆ, ਬਿਜ਼ਨਸ ਬਹੁਤ ਜ਼ਿਆਦਾ ਅੱਗੇ ਜਾਂਦੇ ਆ, ਪ੍ਰੋਵਿੰਸ ਬਹੁਤ ਜ਼ਿਆਦਾ ਅੱਗੇ ਜਾਂਦਾ, ਤੇ ਜਦੋਂ NDP ਆਉਂਦੀ ਆ, ਉਹ ਸਾਰਾ ਜਿਹੜਾ ਸਿਸਟਮ ਆ ਗੜਬੜਾ ਜਾਂਦਾ। ਜਿਹੜੇ
ਕੰਮ ਕਰਨ ਵਾਲੇ ਲੋਕ ਨੇ ਉਹ ਖੁਸ਼ ਨੇ, ਮਿਨੀਮਮ ਵੇਜਸ ਵੱਧ ਰਹੇ ਨੇ, ਦੂਜੀ ਸਾਈਡ ਠੀਕ ਠਾਕ ਆ, ਉਹ ਬੈਲੈਂਸਡ ਆ ਜੀ? ਦੇਖੋ ਇਹ ਭੁਲੇਖੇ ਪਾਏ ਹੋਏ ਸੀਗੇ ਦੂਜੀਆਂ ਆਪੋਜੀਸ਼ਨ ਪਾਰਟੀਆਂ ਨੇ। ਇਹ ਪੋਲੀਟੀਕਲ ਪੈਂਤੜੇ ਸੀਗੇ, ਉਹਨਾਂ ਦੇ ਕੰਮ ਕਰਦੇ ਰਹੇ ਕਾਫੀ ਦੇਰ ਤੱਕ। ਪਰ ਜੇ ਤੁਸੀਂ ਦੇਖਿਆ ਜੇ 1990s ਦਾ ਵੀ ਨਾ, ਜਿਹੜਾ BC ਬਿਜ਼ਨਸ ਕਾਉਂਸਲ ਵਾਲਿਆਂ ਦੀ ਰਿਪੋਰਟ ਆਈ ਸੀ ਇੱਕ, ਉਹਨਾਂ ਨੇ ਇਕੋਨਮੀ ਕੰਪੇਅਰ ਕੀਤੀ ਸੀ 90s ਦੀ ਤੇ 80s ਦੀ, ਤੇ ਜਿਹੜੇ ਪਹਿਲੇ 10 ਸਾਲ BC ਲਿਬਰਲ ਸੀ, ਉਹਦੇ ਵਿੱਚ ਹਰੇਕ ਪੱਖੋਂ ਵੀ ਉਹ ਜਿਹੜੀ 90s ਦੀ ਜਿਹੜੀ ਇਕੋਨਮੀ ਵੀ ਕਿਸੇ ਪਾਸਿਓਂ ਘੱਟ ਨਹੀਂ ਸੀ, ਵੱਧਦੀ ਸੀਗੀ। ਅੱਜ ਦੇਖ ਲਓ ਤੁਸੀਂ, ਉਹਨਾਂ ਗੱਲਾਂ ਨੂੰ ਹੁਣ ਅੱਜ ਧਿਆਨ ਦਈਏ ਤੇ ਅੱਜ ਇਕੋਨਮੀ ਪਿਛਲੇ 5 ਸਾਲ ਬਾਕੀ ਕੈਨੇਡਾ ਨਾਲੋਂ ਜ਼ਿਆਦਾ ਵਧੀਆ ਰਹੀ ਆ। ਅਨਪਲੋਇਮੈਂਟ ਰੇਟ ਜਿਹੜਾ ਆ ਪਿਛਲੇ 5 ਸਾਲ ਬਾਕੀਆਂ ਨਾਲੋਂ ਜੇ ਬਿਲਕੁਲ ਲੋਐਸਟ ਨਹੀਂ ਹੈਗਾ ਤਾਂ ਤਕਰੀਬਨ ਵਨ ਦਾ ਲੋਐਸਟ ਹਮੇਸ਼ਾ ਰਿਹਾ। ਅੱਜ ਤੁਸੀਂ ਸਭ ਤੋਂ ਜ਼ਿਆਦਾ ਪਿਛਲੇ ਸਾਲ ਲੋਕ ਬਾਕੀ ਸੂਬਿਆਂ 'ਚੋਂ ਸਾਡੇ ਨੈੱਟ ਜਿਹੜੀ ਗੇਨ ਹੋਈ ਆ ਪਾਪੂਲੇਸ਼ਨ ਦੀ, ਉਹ BC ਵਿੱਚ ਹੋਈ ਆ ਦੂਜੇ ਸੂਬਿਆਂ ਤੋਂ, ਕਿਉਂਕਿ ਉਹ ਦੇਖ ਰਿਹਾ ਕਿ ਇੱਥੇ ਸਾਨੂੰ ਆਪਰਚੁਨਿਟੀਜ਼ ਆ, ਇੱਥੇ ਜੌਬਸ ਹੈਗੀਆਂ, ਇੱਥੇ ਜਿਹੜੇ ਸਾਡੇ ਵਰਕਿੰਗ ਕੰਡੀਸ਼ਨਸ ਹੈਗੀਆਂ ਕੰਮਾਂ 'ਤੇ ਕੰਮ ਕਰਨ ਵਾਸਤੇ, ਉਹ ਵੀ ਜ਼ਿਆਦਾ ਸੁਖਾਵੀਆਂ ਹੈਗੀਆਂ, ਹੈਲਥ ਐਂਡ ਸੇਫਟੀ ਦੀ ਵਧੀਆ ਪ੍ਰੋਟੈਕਸ਼ਨ ਹੁੰਦੀ ਆ। ਅਤੇ ਇਹਦੇ ਨਾਲ ਇਹਦਾ ਮਤਲਬ ਹੈ ਕਿ ਬਿਜ਼ਨਸ ਨੂੰ ਵੀ ਫਾਇਦਾ ਹੁੰਦਾ, ਕਿਉਂਕਿ ਉਹ ਲੋਕ ਆਉਂਦੇ ਆ ਇੱਥੇ ਬਿਜ਼ਨਸ ਇਨਵੈਸਟ ਕਰਦੇ ਆ, ਅਤੇ ਨਾਲ ਦੀ ਨਾਲ ਜਿਹੜੀ ਸਾਡੀ ਲੇਬਰ ਫੋਰਸ ਦੀ ਗੈਪ ਹੈਗੀ ਆ, ਘਾਟ ਹੈਗੀ ਆ, ਉਹ ਵੀ ਪੂਰੀ ਹੁੰਦੀ ਆ। ਅਤੇ ਹਾਲੇ ਹੋਰ ਬੜੇ ਕੁਛ ਕਰਨ ਵਾਲੇ ਆ, ਕਾਫੀ ਕੁਛ ਹੋ ਗਿਆ, ਹਾਲੇ ਬਹੁਤ ਕੁਛ ਹੋਰ ਕਰਨ ਵਾਲਾ ਹੈਗਾ, ਕਿਉਂਕਿ ਜਿੱਦਾਂ ਕਹਿੰਦੇ ਹੁੰਦੇ ਸਕਾਈਜ਼ ਦੇ ਲਿਮਿਟ ਵੀ ਅਸੀਂ ਲੋਕਾਂ ਨੂੰ, ਜੌਨ ਹੌਰਗਨ ਹੋਣਾ ਦੀ ਹਮੇਸ਼ਾ ਹਦਾਇਤ ਆ, ਔਰ ਸਾਡੀ ਸਾਰੀ ਟੀਮ ਇਸ ਪਾਸੇ ਹਮੇਸ਼ਾ ਧਿਆਨ ਰਹਿੰਦੀ ਆ ਕਿ ਲੋਕਾਂ ਨੂੰ ਵਿਚਕਾਰ ਰੱਖ ਕੇ ਸਾਰੀ ਪਾਲਿਸੀ ਬਣਾਉਣੀ ਆ, ਨਾ ਕਿ ਅਸੀਂ ਪਹਿਲਾਂ ਪਾਲਿਸੀ ਬਣਾ ਲਈਏ ਕਿ ਅਸੀਂ ਜਿੱਦਾਂ ਬਿਲੀਵ ਕਰਦੇ ਤਾਂ ਫਿਰ ਦੇਖੀਏ ਲੋਕ ਕਿੱਥੇ ਫਿੱਟ ਹੁੰਦੇ ਆ। ਨਹੀਂ, ਪਹਿਲਾਂ ਲੋਕ, ਉਹਨਾਂ ਦੇ ਲਈ ਪਾਲਿਸੀਆਂ ਬਣਾਈਏ ਔਰ ਇਮਾਨਦਾਰੀ ਨਾਲ ਕੰਮ ਕਰੀਏ। ਜਿੰਨਾ ਵੀ ਸਾਡਾ ਬਾਹ ਲੱਗਦੀ ਹੈਗੀ ਆ, ਅਤੇ ਜਿਹੜਾ ਮੈਂ ਗੱਲ ਪਹਿਲਾਂ ਕੀਤੀ ਆ ਵੀ ਆਉਣ ਵਾਲੀ ਜਨਰੇਸ਼ਨ ਦੇਖੇ ਕਿ ਸਾਡੇ ਵਾਸਤੇ ਬ੍ਰਿਟਿਸ਼ ਕੋਲੰਬੀਆ ਬਹੁਤ ਹੀ ਵਧੀਆ, ਬ੍ਰਿਟਿਸ਼ ਕੋਲੰਬੀਆ ਪਹਿਲੇ ਨਾਲੋਂ ਹੈਗਾ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਧੰਨਵਾਦ ਜੀ। ਦੋਸਤੋ, ਹੈਰੀ ਬੈਂਸ ਉਹਨਾਂ ਦੇ ਨਾਲ ਗੱਲਬਾਤ ਕੀਤੀ, ਔਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਕੀਤੇ ਵਾਅਦੇ ਪੂਰੇ ਹੁੰਦੇ ਆ ਫਿਰ ਲੋਕ ਸਪੋਰਟ ਵੀ ਕਰਦੇ ਆ। 2005 ਦੇ ਵਿੱਚ ਪਹਿਲੀ ਵਾਰ MLA ਬਣੇ ਸੀ, ਫਿਰ 9 ਦੇ ਵਿੱਚ, 13 ਦੇ ਵਿੱਚ, 17 ਦੇ ਵਿੱਚ, ਫਿਰ 20 ਦੇ ਵਿੱਚ, 17 ਦੇ ਵਿੱਚ ਫਿਰ ਇਹ ਕਿਰਤ ਮੰਤਰੀ ਬਣਦੇ ਆ। ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਆਪਣੇ ਵਾਅਦੇ ਪੂਰੇ ਕਰਦੇ ਰਹਿਣਗੇ ਅਤੇ ਲੋਕ ਇਹਨਾਂ ਨੂੰ ਸਪੋਰਟ ਕਰਦੇ ਰਹਿਣਗੇ। ਇਹ ਇੱਕ ਬਹੁਤ ਚੰਗੀ ਖਬਰ ਜਿਹੜੀ ਕੱਲ੍ਹ ਅਨਾਊਂਸਮੈਂਟ ਹੋਈ ਆ 1 ਜੂਨ ਤੋਂ 45 ਸੈਂਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨੀਮਮ ਵੇਜਸ ਵਧਣ ਦੀ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਕੈਨੇਡਾ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਾਲ ਵਿੱਚ 2 ਵਾਰੀ ਸਮਾਂ ਬਦਲਦਾ। ਇੱਕ ਵਾਰੀ ਅਸੀਂ 1 ਘੰਟਾ ਘੜੀ ਦੀਆਂ ਸੂਈਆਂ ਪਿੱਛੇ ਕਰਦੇ ਹਾਂ ਅਤੇ ਇੱਕ ਵਾਰੀ 1 ਘੰਟਾ ਅੱਗੇ ਕਰਦੇ ਹਾਂ। ਇਹਦਾ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਕੁਝ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ, ਔਰ ਇਹਦਾ ਲੋਕਾਂ ਦੀ ਮਾਨਸਿਕ ਸਰੀਰਕ ਸਿਹਤ ਦੇ ਉੱਤੇ ਕਾਫੀ ਅਸਰ ਪੈਂਦਾ। ਇਹਦੇ ਇਕਨੋਮਿਕ ਆਸਪੈਕਟ ਵੀ ਦੱਸੇ ਜਾਂਦੇ ਆ। ਇਹਦਾ ਸਿਹਤ ਦੇ ਉੱਤੇ ਕੀ ਅਸਰ ਪੈਂਦਾ, ਕੀ ਇਹ ਨੋਰਮਲ ਆ, ਆਮ ਜਿਹੀ ਚੀਜ਼ ਆ, ਜਾਂ ਇਹਦਾ ਕੋਈ ਮਾੜਾ ਅਸਰ ਪੈਂਦਾ, ਇਹਦੇ ਸੰਬੰਧੀ ਅਸੀਂ ਜਾਣਕਾਰੀ ਲੈਣ ਲਿਆਏ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਣਾ ਕੋਲ। ਡਾਕਟਰ ਸਾਹਿਬ, ਇਹ ਜਿਹੜਾ ਘੜੀਆਂ 1 ਘੰਟਾ ਅੱਗੇ ਕਰਨੀਆਂ ਪਿੱਛੇ ਕਰਨੀਆਂ, ਸਿਹਤ ਦੇ ਉੱਤੇ ਕੋਈ ਅਸਰ ਪੈਂਦਾ, ਥੋੜ੍ਹਾ ਪੈਂਦਾ ਜਾਂ ਕੋਈ ਵੱਡਾ ਅਸਰ ਪੈਂਦਾ ਜੀ? ਜਸਕਰਨ ਜੀ, ਬਹੁਤ ਸੋਹਣਾ ਸਵਾਲ ਹੈਗਾ। ਔਰ ਇੱਕ ਘੜੀ ਫਿੱਟ ਹੈਗੀ ਆ ਜਿਹਨੂੰ ਆਪਾਂ ਬਾਇਓਲੋਜੀਕਲ ਕਲੌਕ ਕਹਿੰਦੇ ਆ, ਔਰ ਸਾਡੇ ਸਾਰੇ ਸੈੱਲਸ ਦੇ ਉੱਤੇ ਉਹ ਬਕਾਇਦਾ ਕੰਮ ਕਰ ਰਹੀ ਆ। 50 ਟ੍ਰਿਲੀਅਨ ਸੈੱਲ ਜਿਹੜੇ ਹੈਗੇ ਆ। ਜਿਹੜੀ ਬਾਹਰਲੀ ਘੜੀ ਆ ਉਹ ਤਾਂ ਇਨਸਾਨ ਨੇ ਬਣਾਈ, ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨੇ ਇਤਿਆਦੀ ਹੈ ਨਾ। ਸੋ ਜਦੋਂ ਸਾਡੀ ਬਾਹਰ ਦੀ ਘੜੀ ਔਰ ਅੰਦਰ ਦੀ ਘੜੀ ਸਿੰਕਰੋਨਾਈਜ਼ ਚੱਲਦੀ ਜਾਵੇ ਅਤੇ ਖੁਸ਼ਨੁਮਾ ਜ਼ਿੰਦਗੀ ਰਹਿੰਦੀ ਆ। ਆਪਾਂ ਅੰਦਰਲੀ ਘੜੀ ਦੇ ਹਿਸਾਬ ਦੇ ਨਾਲ ਉੱਠਦੇ ਆ। ਦੇਖੋ, ਪੂਰੇ ਪਸ਼ੂ ਪੰਖੀਆਂ ਦੇ ਵਿੱਚ ਉਹ ਅੰਦਰਲੀ ਘੜੀ ਉਹਨਾਂ ਨੂੰ ਸਵੇਰੇ ਉਠਾਉਂਦੀ ਆ। ਜਿਹੜੇ ਜਾਨਵਰ ਸੁੱਤੇ ਉਹਨਾਂ ਨੂੰ ਨੀਂਦ ਤੋਂ ਉਠਾਉਂਦੀ ਆ, ਫਿਰ ਸ਼ਾਮਾਂ ਨੂੰ ਸੁਆਲਦੀ ਆ। ਉਹ ਅੰਦਰਲੀ ਘੜੀ ਫਿੱਟ ਆ। ਹੁਣ ਤੁਸੀਂ ਕਿਹਾ ਵੀ ਆਪਾਂ 1 ਘੰਟਾ ਖੋ ਗਏ ਸਪਰਿੰਗ ਦੇ ਵਿੱਚ, ਕਿਉਂਕਿ ਅਸੀਂ ਡੇ ਲਾਈਟ ਸੇਵਿੰਗ 'ਚ 1 ਘੰਟਾ ਜੰਪ ਕਰ ਲਏ ਫਾਰਵਰਡ, ਅਤੇ ਸਿਆਲਾਂ 'ਚ 1 ਘੰਟਾ ਅਸੀਂ ਗੇਨ ਕਰਨਾ ਨੀਂਦ ਦਾ। ਮਸਲਾ ਹੈਗਾ ਸਿੱਧਾ ਨੀਂਦ ਦਾ। ਹੁਣ ਰਿਸਰਚ 71 ਕੰਟਰੀਜ਼ ਆ ਜਿਹਦੇ ਵਿੱਚ ਡੇ ਲਾਈਟ ਸੇਵਿੰਗ ਦੀ, ਜਿਹੜੀ ਆਪਣੀ ਕੰਟਰੀ 'ਚ ਵੀ ਕੈਨੇਡਾ 'ਚ ਹੋ ਰਿਹਾ, ਔਰ 1.6 ਬਿਲੀਅਨ ਲੋਕ ਜਿਹੜੇ ਹੈਗੇ ਆ ਇਹਦੇ ਉੱਤੇ ਆਉਂਦੇ, ਅਗਰ ਆਪਾਂ ਟੋਟਲ ਨੰਬਰ ਦੇਖੀਏ। ਹੁਣ ਜਦੋਂ ਅਸੀਂ ਅੱਜ ਸਪਰਿੰਗ ਦਾ 1 ਘੰਟਾ ਅਸੀਂ ਪਿਛਲੇ ਰਾਤ ਖੋ ਚੁੱਕੇ ਆ, ਤਾਂ ਆਹ ਹਫਤੇ ਦੇ ਵਿੱਚ ਹਾਰਟ ਅਟੈਕ ਦੀ ਦਰ 23% ਵੱਧ ਜਾਣੀ, 23% ਵੱਧ ਜਾਣੀ। ਕੈਨੇਡਾ 'ਚ ਜਾਂ ਕੈਨੇਡਾ ਦੇ ਵਿੱਚ, ਹੋਰ ਵੀ ਮੁਲਕਾਂ ਦੇ ਵਿੱਚ ਜਿੱਥੇ ਉਹਨਾਂ ਨੇ 1 ਘੰਟਾ ਨੀਂਦ ਖੋਈ ਆ। ਸਟ੍ਰੋਕ ਦੀ ਦਰ ਵੱਧ ਜਾਣੀ ਆ। ਜਿਹੜੇ ਮੋਟਰ ਵਹੀਕੂਲਰ ਐਕਸੀਡੈਂਟ ਆ 18% ਇਜ਼ਾਫਾ ਹੋ ਜਾਣਾ।
ਭਾਵੇਂ ਉਹ ਟੈਕਸੀ ਚਲਾਉਂਦੇ, ਕਾਰ ਚਲਾਉਂਦੇ, ਸਕੂਟਰ ਚਲਾਉਂਦੇ, ਟਰੱਕ ਚਲਾਉਂਦੇ, ਜੋ ਮਰਜ਼ੀ ਚਲਾਓ। ਦੂਜੀ ਗੱਲ ਹੈਗੀ ਹੈ ਵੀ ਸੁਸਾਈਡ 11% ਹੋਰ ਵੱਧ ਜਾਣਾ 1 ਘੰਟਾ ਨੀਂਦ ਖੋਣ ਦੇ ਨਾਲ। ਇਹ ਹੈਗੇ ਐਡਲਟਸ ਦੇ ਉੱਤੇ ਬਕਾਇਦਾ ਸਟੱਡੀ ਹੋ ਚੁੱਕੀ ਹੈ। ਇਹ ਮਤਲਬ ਇਸ ਹਫਤੇ ਦੇ ਵਿੱਚ ਹੁੰਦਾ ਜਾਂ ਇਨ ਜਨਰਲ ਆਪਾਂ ਕਹਿੰਦੇ ਵੀ ਰਿਸਰਚ ਹੈਗੀ ਜੇ ਇੰਨਾ ਘੱਟ ਸੌਂਦਾ ਬੰਦਾ ਤਾਂ ਇਦਾਂ ਹੋਊਗਾ ਜਾਂ ਇਦਾਂ ਹੁੰਦਾ? ਉਹਦੇ ਉੱਤੇ ਤਾਂ ਹੈਡ ਟੂ ਟੋ, ਬ੍ਰੇਨ ਤੋਂ ਲੈ ਕੇ ਸਾਡੇ ਪੈਰਾਂ ਦੀ ਉਂਗਲੀਆਂ ਤੱਕ ਸਾਰਿਆਂ ਦੇ ਉੱਤੇ ਅਸਰ ਪੈਣਾ। ਲੇਕਿਨ ਜਿਹੜਾ ਡੇ ਨਾਈਟ ਦਾ ਜਿਹੜਾ ਸੇਵਿੰਗ ਦਾ 1 ਘੰਟਾ ਖਾਲੀ ਖੋਣ ਦੇ ਨਾਲ ਸਿੱਧਾ ਇਫੈਕਟ ਜਿਹੜਾ ਹੈਗਾ ਆਲ ਓਵਰ ਦਾ ਵਰਲਡ ਜਿਹੜੀ ਕੰਟਰੀ ਪਾਰਟਿਸਿਪੇਟ ਕਰ ਰਹੀਆਂ ਉੱਥੋਂ ਰਿਪੋਰਟ ਕਰ ਰਹੀਆਂ। ਔਰ ਜਦੋਂ ਸਿਆਲਾਂ ਦੇ ਵਿੱਚ 1 ਘੰਟਾ ਨੀਂਦ ਗੇਨ ਹੁੰਦੀ ਆ 21% ਹਾਰਟ ਅਟੈਕ ਘਟ ਜਾਂਦੇ ਆ, ਸਟ੍ਰੋਕ ਦੀ ਦਰ ਘਟ ਜਾਂਦੀ, ਐਕਸੀਡੈਂਟ ਘਟ ਜਾਂਦੇ ਔਰ ਸੁਸਾਈਡ ਵੀ ਘਟ ਜਾਂਦਾ। ਸੋ ਬਕਾਇਦਾ ਦੇਖੋ ਇਹ ਰਿਸਰਚ ਤਾਂ ਬਿਨਾਂ ਬੁਲਾਏ ਅਸੀਂ, ਇੱਕ ਤਾਂ ਹੁੰਦਾ ਨਾ ਰਿਸਰਚ ਸਾਰਿਆਂ ਨੂੰ ਸ਼ਾਮਿਲ ਕਰਕੇ ਕਰਨਾ, ਇਹ ਰਿਸਰਚ 71 ਕੰਟਰੀ 1.6 ਬਿਲੀਅਨ ਲੋਕਾਂ ਦੇ ਉੱਤੇ ਹਰ ਸਾਲ ਹੋ ਰਿਹਾ, ਲੇਕਿਨ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਹੁੰਦਾ। ਮੇਰੇ ਹਿਸਾਬ ਦੇ ਨਾਲ ਸਾਨੂੰ ਡੇ ਲਾਈਟ ਸੇਵਿੰਗ ਦਾ ਜਿਹੜਾ ਹੈਗਾ ਉਸ ਤੋਂ ਬਾਹਰ ਨਿਕਲ ਜਾਣਾ ਚਾਹੀਦਾ। ਅਸੀਂ ਜਿੱਥੋਂ ਆਉਂਦੇ ਹਾਂ ਹਿੰਦੁਸਤਾਨ, ਪਾਕਿਸਤਾਨ ਜਾਂ ਹੋਰ ਕੰਟਰੀਜ਼, ਉੱਥੇ ਹੈ ਹੀ ਨਹੀਂ ਇਹ ਕੌਨਸੈਪਟ। ਟਾਈਮ ਹੈਗਾ ਕਿਉਂਕਿ ਸਾਡੀ ਜਿਹੜੀ ਬਾਹਰਲੀ ਘੜੀ ਆ ਉਹ ਅੰਦਰਲੀ ਘੜੀ ਦੇ ਨਾਲ, ਜਿਹਨੂੰ ਆਪਾਂ ਬਾਇਓਲੋਜੀਕਲ ਕਲੌਕ ਕਹਿੰਦੇ ਆ, ਉਹਦੇ ਨਾਲ ਮੇਲ ਖਾਵੇ ਤਾਂ ਹੀ ਸਾਡਾ ਮੂਡ, ਸਾਡੀ ਹੈਲਥ ਠੀਕ ਰਹਿੰਦੀ ਆ। ਤੁਸੀਂ ਦੇਖੋ ਤੁਸੀਂ ਹੁਣੇ ਹਿੰਦੁਸਤਾਨ ਤੋਂ ਟਰੈਵਲਿੰਗ ਕਰਕੇ ਤੇ ਜੈਟ ਲੈਗ ਹੋਇਆ ਕਿਉਂਕਿ ਜਿਹੜੀ ਅੰਦਰਲੀ ਘੜੀ ਆ ਬਾਹਰਲੀ ਘੜੀ ਦੇ ਨਾਲ ਮੈਚ ਨਹੀਂ ਕਰ ਰਹੀ। ਅਤੇ ਕੀ ਹੁੰਦਾ, ਅਸੀਂ ਬੌਂਦਲੇ ਹੋਏ ਆ, ਨੀਂਦ ਨਹੀਂ ਠੀਕ ਹੁੰਦੀ, ਫਿਰ ਹੌਲੀ ਹੌਲੀ ਹਫ਼ਤਾ 2 ਹਫ਼ਤੇ ਬਾਅਦ ਸੈੱਟ ਹੋ ਜਾਂਦੀ ਨਾ। ਇਸ ਲਈ ਜਦੋਂ ਡੇ ਲਾਈਟ ਸੇਵਿੰਗ ਦਾ 1 ਘੰਟਾ ਸਿੱਖ ਹੋਇਆ, ਸੋ ਹਫ਼ਤੇ ਤੱਕ ਬਹੁਤਾ ਲੋਕਾਂ 'ਚ ਇਹਦੀ ਜਿਹੜੀ ਸੈਟਿੰਗ ਹੋ ਜਾਂਦੀ ਆ। ਲੇਕਿਨ ਇਹ ਤਾਂ ਆਪਾਂ ਕਰ ਰਹੇ ਗੱਲ ਐਡਲਟਸ ਦੀ, ਅਤੇ ਬੱਚੇ ਵੀ ਵਿਚਾਰੇ ਗਰੀਬ ਵਿੱਚ ਸ਼ਾਮਿਲ ਨੇ। ਬੱਚਿਆਂ ਦੇ ਉੱਤੇ ਹਾਰਟ ਅਟੈਕ, ਸਟ੍ਰੋਕ ਤਾਂ ਹੁੰਦਾ ਨਹੀਂ ਕਿਉਂਕਿ ਉਹਨਾਂ ਦੀ ਉਮਰ, ਉਹਨਾਂ ਦੀ ਹੈਲਥ, ਉਹਨਾਂ ਦਾ ਜਿਹੜਾ ਡਿਜ਼ੀਜ਼ ਨਹੀਂ ਹੁੰਦੇ, ਕੋਲੇਸਟਰੋਲ ਦੇ, ਡਾਇਬਟੀਜ਼, ਬਲੱਡ ਪ੍ਰੈਸ਼ਰ, ਲੇਕਿਨ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ। ਕਿਉਂਕਿ ਹੁਣ ਦੇਖੋ ਮਾਂ ਬਾਪ ਜਿਸ ਟਾਈਮ ਉੱਠੇ, ਬੱਚਿਆਂ ਨੂੰ ਵੀ ਉਸ ਟਾਈਮ ਉੱਠਣਾ, ਕਿਉਂਕਿ ਉਹਨਾਂ ਨੇ ਅਜੇ ਕੰਮਾਂ 'ਚ ਜਾਣਾ, ਭਾਵੇਂ ਉਹਨਾਂ ਨੂੰ ਸਪਰਿੰਗ ਬ੍ਰੇਕ ਹੋ ਗਈ ਛੁੱਟੀਆਂ ਹੈ ਨਾ, ਲੇਕਿਨ ਉਹਨਾਂ ਨੇ ਵੀ ਉਹਨਾਂ ਦੇ ਨਾਲ ਹੀ ਉੱਠਣਾ, ਸੋਣਾ। ਸੋ ਚਿੜਚਿੜਾਪਨ, ਫੋਕਸ ਨਹੀਂ ਕਰਨਾ, ਜਿੱਦੀ ਬਣਾ ਹੋਣਾ, ਭੁੱਖ ਘੱਟ ਲੱਗਣੀ, ਵੱਧ ਲੱਗਣੀ, ਅਸੀਂ ਇਹ ਸਾਰੇ ਜਿਹੜੇ ਹੈਗੇ ਐਸੋਸੀਏਟਡ ਇਹ ਬੱਚਿਆਂ ਦੇ ਜਿਹੜੇ ਬਿਹੇਵੀਅਰ ਚੇਂਜਸ ਆ ਇਹ ਵੀ ਦੇਖਦੇ ਆ ਇਹਦੇ ਨਾਲ। ਸੋ ਨੀਂਦ ਜਿਹੜੀ ਹੈਗੀ ਆ ਉਹ ਤੁਹਾਡੀ ਨਿਆਮਤ ਹੈਗੀ ਆ। 1 ਘੰਟਾ ਲੋਸ ਕਰਨ ਦੇ ਨਾਲ ਸਾਡਾ ਫਿਜ਼ੀਕਲ ਔਰ ਮੈਂਟਲ ਹੈਲਥ ਸਟੇਬਿਲਿਟੀ ਦੇ ਉੱਤੇ ਅਸਰ ਪੈਂਦਾ। ਤੇ ਡਾਕਟਰ ਸਾਹਿਬ ਇਹ ਕੀਤਾ ਕਿਉਂ ਜਾਂਦਾ ਫਿਰ ਜੀ, ਜਦੋਂ ਇਹ ਡਾਟਾ ਸਾਡੇ ਕੋਲ ਆ? ਇੱਕ ਅਸੀਂ ਰਿਸਰਚ ਕਰਦੇ ਹਾਂ ਵੀ ਇੰਨੇ ਬੰਦਿਆਂ ਨੂੰ ਸੱਦਿਆ, ਫਿਰ ਉਹਨਾਂ ਨੇ ਪਾਰਟੀਸਪੇਟ ਕੀਤਾ, ਫਿਰ ਰਿਸਰਚ ਸਾਹਮਣੇ ਆਈ, ਇੰਨੀ ਦੁਨੀਆ ਦੇ ਉੱਤੇ ਆਟੋਮੈਟਿਕਲੀ ਰਿਸਰਚ ਹੋ ਰਹੀ ਹੈ ਅਤੇ ਤੁਹਾਡੇ ਦੱਸਣ ਮੁਤਾਬਕ ਐਡਾ ਨੁਕਸਾਨ ਹੋ ਰਿਹਾ, ਇਹ ਚੱਲ ਕਿਉਂ ਰਿਹਾ ਜੀ? ਇਹ ਸਾਰਾ ਕਮਰਸ਼ੀਅਲ ਇੰਡਸਟਰੀਲਾਈਜੇਸ਼ਨ ਕਰਕੇ ਹੈਗੇ ਆ। ਦੇਖੋ ਸਾਡਾ ਟ੍ਰੇਡ ਹੈਗਾ 90% ਸਾਡੀ ਜਿਹੜੀ ਸਾਊਥ 'ਚ ਹੈਗੀ ਆ, ਅਮਰੀਕਾ ਉਹਨਾਂ ਦੇ ਨਾਲ ਹੈਗਾ ਹੈ ਨਾ। ਸੋ ਇਹ ਜਿਹੜੇ ਸਟਾਕ ਮਾਰਕੀਟ ਆ, ਟ੍ਰੇਡਸਮੈਨ ਹੈਗੇ ਆ ਸਾਰੇ, ਉਹ 1 ਘੰਟਾ ਜ਼ਿਆਦਾ ਮੰਗਦੇ ਤਾਂ ਕਿ ਬਿਜ਼ਨਸ ਜ਼ਿਆਦਾ ਵਧੇ। ਉਹਦਾ ਮੇਨ ਮਨੋਰਥ ਹੈਗਾ। ਲੇਕਿਨ ਕਹਿੰਦੇ ਹਾਂ ਜੀ ਤੁਹਾਨੂੰ ਸਨਲਾਈਟ 1 ਘੰਟਾ ਜ਼ਿਆਦਾ ਦੇ ਦਿੱਤੀ ਹੈ ਨਾ। ਸਨਲਾਈਟ ਤਾਂ ਸਨਲਾਈਟ ਹੀ ਰਹਿਣੀ ਹੈ ਨਾ, ਸੂਰਜ ਤਾਂ ਸੂਰਜ ਹੀ ਰਹਿਣਾ, ਭਾਵੇਂ 1 ਘੰਟਾ ਵਧੇ ਘੱਟ ਆ। ਸੋ ਸਿੱਧਾ ਇਹਦਾ ਇਫੈਕਟ ਕਾਮਰਸ ਦੇ ਨਾਲ ਹੈਗਾ। ਸੋ ਸਾਡੇ ਜਿਹੜੇ ਪੋਲੀਟੀਸ਼ੀਅਨਸ ਆ, ਹੈਲਥ ਮਿਨਿਸਟਰਸ ਆ, ਹੁਣ ਦੇਖੋ ਅਸੀਂ ਵੈਸਟਰਨ ਜ਼ੋਨ 'ਚ ਇੱਥੋਂ ਦੀ ਲੈ ਕੇ ਸਟੇਟ ਆਫ ਜਿਹੜਾ ਸਾਡਾ ਹੈਗਾ ਸੀਐਟਲ ਜਿਹੜਾ ਵਾਸ਼ਿੰਗਟਨ 'ਚ ਪੈਂਦਾ, ਫਿਰ ਓਰੇਗਨ, ਪੋਰਟਲੈਂਡ 'ਚ ਪੈਂਦਾ, ਕੈਲੀਫੋਰਨੀਆ, ਸਾਰਿਆਂ ਦਾ ਟਾਈਮ ਇੱਕੋ ਹੀ ਆ। ਸੋ ਸਾਰੇ ਗਵਰਨਰਸ ਨੂੰ ਅਤੇ ਸਾਡੇ ਪ੍ਰੀਮੀਅਰ ਮਾਨਯੋਗ, ਮੇਰੇ ਖਿਆਲ ਨਾਲ ਉਹਨਾਂ ਨੂੰ ਜੌਨ ਹੋਰਗਨ ਨੇ ਤਾਂ ਕੋਸ਼ਿਸ਼ ਕੀਤੀ ਸੀ ਵੀ ਪਾਰਲੀਮੈਂਟ 'ਚ ਵੀ, ਲੇਕਿਨ ਜਦ ਤੱਕ ਉਹ ਕਾਊਂਟਰ ਪਾਰਟ ਨਹੀਂ ਪਾਰਟੀਸਪੇਟ ਕਰਦੇ ਸਾਨੂੰ ਔਖਾ ਹੋ ਜਾਂਦਾ। ਲੈਟਸ ਸੇ ਜਿਸ ਕਰਨ ਜੀ ਅਸੀਂ ਕਹੀਏ ਵੀ ਅਸੀਂ ਨਹੀਂ ਕਰਨਾ, ਅਤੇ ਸਾਡੇ ਇੱਥੇ ਜਦੋਂ 7 ਵਜੇ ਹੋਣਗੇ ਉਹਨਾਂ ਦੇ 8 ਵਜੇ ਹੋਣਗੇ, ਤਾਂ ਫਿਰ ਪਲੇਨਸ ਦੀ ਟਰਾਂਸਪੋਰਟੇਸ਼ਨ ਦੇ ਵਿੱਚ ਪ੍ਰੋਬਲਮ, ਸਟਾਕ ਮਾਰਕੀਟ 'ਚ ਪ੍ਰੋਬਲਮ, ਕਾਮਰਸ 'ਚ ਪ੍ਰੋਬਲਮ। ਸੋ ਸਾਰਿਆਂ ਨੂੰ ਰਲ ਕੇ ਬੈਠ ਕੇ ਇੱਕੋ ਨੀਤੀ ਕਰਨੀ ਚਾਹੀਦੀ ਹੈ। ਦੇਖੋ ਤੁਹਾਡੀ ਸਿਹਤ ਆ ਉਹਦੇ ਉੱਤੇ ਇਹਦਾ ਇਫੈਕਟ ਪੈ ਰਿਹਾ ਜੋ। ਸੋ ਸਾਰਿਆਂ ਨੂੰ, ਸਾਇੰਟਿਸਟ ਨੂੰ ਆਪਣੀ ਜਿਹੜੀ ਹੈਗੀ ਸਟੱਡੀ ਪਬਲਿਸ਼ ਕਰਕੇ, ਅਤੇ ਜਿਹੜੇ ਮੇਨ ਡਿਸੀਜਨ ਹੈਗਾ ਇਹ ਪੋਲੀਟੀਕਲ ਹੈਗਾ। ਸਾਇੰਟਿਸਟ ਦੁਹਾ ਹੀ ਦੇ ਰਹੇ ਜੀ ਵੀ ਆਹ ਰਿਸਰਚ ਸ਼ੋ ਹੋ ਰਿਹਾ, ਸ਼ੋ ਹੋ ਰਿਹਾ, ਲੇਕਿਨ ਇਹ ਪੋਲੀਟੀਕਲ ਮੈਂਡੇਟ ਹੈਗਾ। ਔਰ ਜਿਹੜੇ ਇਹਦੇ ਵਿੱਚ ਜੋ ਵੀ ਇਨਵੋਲਵਡ ਹੈਗੇ ਆ, ਜਿਹੜੇ ਉਹ ਮਤਲਬ ਰੈਗੂਲੇਟਰਸ ਕਹਿ ਸਕਦੇ ਹਾਂ ਆਪਾਂ, ਪੋਲੀਟੀਸ਼ੀਅਨਸ ਕਹਿ ਸਕਦੇ ਹਾਂ, ਪਾਲਿਸੀ ਮੇਕਰਸ, ਉਹਨਾਂ ਨੂੰ ਇਹ ਚੇਂਜ ਜਲਦੀ ਲੈ ਕੇ ਆਉਣੀ ਚਾਹੀਦੀ ਆ। ਡਾਕਟਰ ਸਾਹਿਬ ਇਹ ਤਾਂ ਹੋ ਗਿਆ ਵੀ ਜਦੋਂ ਅਸੀਂ 1 ਘੰਟਾ ਚੇਂਜ ਕਰ ਰਹੇ ਹੋ, ਲਗਾਤਾਰ ਹੀ ਹੋ ਰਿਹਾ, ਹਫ਼ਤੇ 'ਚ ਤੁਸੀਂ ਕਹਿੰਦੇ ਸੈੱਟ ਹੋ ਜਾਂਦਾ। ਬਾਈ ਚਾਂਸ ਬੰਦਾ ਕਿਸੇ ਦਿਨ ਘੰਟਾ ਨੂੰ ਪਹਿਲਾਂ ਉੱਠਣਾ ਪੈ ਜੇ, ਜਾਂ ਜਿਹੜੇ ਲੋਕ ਹੈਗੇ ਆ ਰਾਤ ਦੀ ਸ਼ਿਫਟ ਕਰਦੇ ਆ, 5 ਦਿਨ ਸੌਣ ਦਾ ਪੈਟਰਨ ਹੋਰ ਆ, 2 ਦਿਨ ਹੋਰ ਹੋ ਜਾਂਦਾ, ਉਹਦਾ ਵੀ ਅਸਰ ਪੈਂਦਾ? ਹਾਂਜੀ ਬਿਲਕੁਲ। ਦੇਖੋ ਜਿਹੜੀ ਨੀਂਦ ਹੈਗੀ ਆ ਨਾ, ਤੁਹਾਡੀ ਖਿੰਡ ਵੀ ਨਹੀਂ ਹੋਣੀ ਚਾਹੀਦੀ। ਐਡਲਟ ਵਾਸਤੇ 7 ਘੰਟੇ ਜ਼ਰੂਰੀ ਆ। ਦੇਖੋ ਕਿ ਨਵਾਂ ਬੱਚਾ ਜੰਮਿਆ ਉਹ 18-20 ਘੰਟੇ ਸੌਂਦਾ, ਹੌਲੀ ਜਦੋਂ ਆਪਾਂ ਐਡਲਟ ਲਾਈਫ 'ਚ ਆਉਂਦੇ ਹਾਂ 7 ਘੰਟੇ ਮਿਨੀਮਮ ਚਾਹੀਦੀ ਨੀਂਦ। ਉਹਦੇ ਵਿੱਚ ਅਗਰ ਤੁਸੀਂ ਹੁਣ ਸ਼ਿਫਟ ਵਰਕਰ ਹੈਗੇ ਆ,
ਵੀ ਤੁਹਾਡਾ ਚੇਂਜ ਹੁੰਦਾ, ਉਹਦੇ ਨਾਲ ਵੀ ਤੁਸੀਂ ਦੇਖਿਓ ਵੀ ਉਹਨਾਂ ਦੇ ਉੱਤੇ ਵੀ ਹੈਲਥ ਇਫੈਕਟ ਜਿਹੜੇ ਜ਼ਿਆਦਾ ਹੁੰਦੇ। ਤੁਸੀਂ ਦੇਖੋ ਸ਼ਿਫਟ ਵਰਕਰ ਜਿਹੜੇ ਰਾਤ ਦੇ ਕੰਮ ਕਰਦੇ ਹੋ, ਉਹਨਾਂ ਨੂੰ ਪੈਸੇ ਕਿਉਂ ਜ਼ਿਆਦਾ ਦਿੰਦੇ? ਕਿਉਂਕਿ ਆਲਰੇਡੀ ਉਹਨਾਂ ਨੂੰ ਪਤਾ ਵੀ ਆਪਣੀ ਸਿਹਤ ਦਾਅ 'ਚ ਲਾ ਰਹੇ ਆ। ਓਵਰ ਟਾਈਮ ਕਰਦੇ ਕਿਉਂ ਪੈਸਾ ਦਿੰਦੇ ਜ਼ਿਆਦਾ? ਕਿਉਂਕਿ ਉਹ ਆਪਣੀ ਸਿਹਤ ਦਾਅ 'ਚ ਲਾ ਰਹੇ ਆ। ਸੋ ਤੁਹਾਡੀ ਸਿਹਤ ਬਹੁਤ ਇੰਪੋਰਟੈਂਟ ਹੈ। ਹੈਲਥ ਇਜ਼ ਰੀਅਲ ਵੈਲਥ। ਬਾਹਰਲੀ ਕਮਾਈ ਤਾਂ ਕਰਨੀ ਆ, ਹੈ ਨਾ, ਲੇਕਿਨ ਜਿਹੜੀ ਸਿਹਤ ਚਲੀ ਗਈ ਤੇ ਉਹਦੇ ਲਈ ਇਹ ਪ੍ਰੋਬਲਮ ਹੈ। ਹੁਣ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹ ਸਲੀਪ ਡਿਪਰਵੇਸ਼ਨ ਨੂੰ ਇੱਕ ਹੈਲਥ ਹੈਜ਼ਰਡ ਦੇ ਥਾਈਂ ਪੇਸ਼ ਕਰਦਾ। ਨੰਬਰ 1 'ਚ ਚਲੋ ਸਿਗਰਟ ਸਮੋਕਿੰਗ ਹੈ ਜਿਹੜਾ ਕੈਂਸਰ ਦੇ ਨਾਲ ਲਿੰਕ ਆ, ਲੇਕਿਨ ਕੈਟਾਗਰੀ 4 'ਚ ਇਹਨੂੰ ਕਰਦਾ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਇਹ ਵੀ ਹੈਲਥ ਹੈਜ਼ਰਡ ਆ, ਜਿਹਦੇ ਵਿੱਚ ਤੁਹਾਨੂੰ ਬ੍ਰੇਨ ਦੇ ਪ੍ਰੋਬਲਮ ਆ ਸਕਦੇ ਆ, ਤੁਹਾਡੇ ਹਾਰਟ ਦੇ ਪ੍ਰੋਬਲਮ ਆ ਸਕਦੇ ਆ, ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ, ਔਰ ਕੁਛ ਕੈਂਸਰਾਂ ਨੂੰ ਵੀ ਜਨਮ ਦੇ ਸਕਦਾ। ਸੋ ਇਸ ਲਈ ਅਸੀਂ ਨੀਂਦ ਜਿਹੜੀ ਹੈਗੀ ਆ ਉਹਦੇ ਨਾਲ ਕੰਪਰੋਮਾਈਜ਼ ਨਾ ਕਰੀਏ। ਜਾਪਾਨ ਦੇ ਵਿੱਚ ਨਾ ਇੱਕ ਆਈਲੈਂਡ ਹੈਗਾ, ਉਹਦੇ ਵਿੱਚ ਔਸਤ ਉਮਰ ਸਾਰਿਆਂ ਦੀ 100 ਸਾਲ ਦੇ ਲੱਗੇ ਆ। ਉੱਥੇ ਘੜੀਆਂ ਨਹੀਂ ਜੋ ਉੱਥੇ ਘੜੀਆਂ ਨਹੀਂ, ਮਤਲਬ ਇੱਕ ਆਈਲੈਂਡ ਆ, ਉਹ ਆਪਣਾ ਚੌਲ ਬੀਜਦੇ ਆ ਅਤੇ ਨਾਲ ਮੱਛੀ ਫੜਦੇ ਆ ਅਤੇ ਸਵੇਰੇ ਉੱਠ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ, ਸੁਣਾ ਬਈ ਤੇਰਾ ਕਿੱਦਾਂ ਸੀ ਰਾਤ ਦੀ ਨੀਂਦ, ਇੱਕ ਦੂਜੇ ਨਾਲ ਬਾਤਾਂ ਪਾਉਂਦੇ ਆ। ਦੇਖੋ ਫਿਜ਼ੀਕਲ ਲੇਬਰਰ ਹੈ ਉਹ ਸਾਰੇ। ਸੋ ਜਿਹੜੀ ਬਾਹਰਲੀ ਜਿਹੜੀ ਤਮਾ ਹੈਗੀ ਆ, ਉਹ ਹੈਗੀ ਆ ਪੈਸੇ ਕਮਾਉਣ ਦੀ, ਵੀ ਸਪੀਡ ਲੱਗੀ ਹੋਈ ਹੈ ਨਾ, ਉਹ ਘੜੀ ਡਿਕਟੇਟ ਕਰਦੀ, ਮੇਰੇ ਇਹ ਟਾਈਮ 'ਚ ਇਹ ਕੰਮ ਹੈ, ਇਹ ਕੰਮ 'ਚ ਇਹ ਕੰਮ ਕਰਨਾ, ਇਹ ਕੰਮ 'ਤੇ ਇਹ ਕਰਨਾ। ਸੋ ਉਹ ਅੰਦਰਲੀ ਘੜੀ ਜਿਹੜੀ ਆ ਉਹ ਵਿਚਾਰੀ ਅੜਿੱਕੇ ਪੈ ਜਾਂਦੀ ਵੀ ਕਰ ਕੀ ਰਿਹਾ। ਦੇਖੋ ਇਨਸਾਨ ਨੂੰ ਤਾਂ ਭੇਜਿਆ ਸੀ ਵੀ ਜ਼ਿੰਦਗੀ ਸੁਰਖਰੂ ਹੋਵੇ, ਲੇਕਿਨ ਉਹਨੇ ਆਪਣੀ ਜ਼ਿੰਦਗੀ ਖਰਾਬ ਕਰ ਲਿੱਤੀ ਇੱਕ ਘੜੀ ਬਣ ਕੇ, ਜਿਹਦੇ ਅਧੀਨ ਉਹ ਗੁਲਾਮ ਹੋ ਚੁੱਕਿਆ। ਸੋ ਆਪਾਂ ਜਿਹੜੀ ਅੰਦਰ ਮਹਾਰਾਜ ਨੇ ਘੜੀ ਫਿੱਟ ਕੀਤੀ ਹੈ, ਜਿਹਨੂੰ ਬਾਇਓਲੋਜੀਕਲ ਕਲੌਕ ਕਰਦੇ ਆ, ਉਹਦੇ ਅਧੀਨ ਚੱਲੀਏ। ਔਰ ਜਿਹੜਾ ਡੇ ਲਾਈਟ ਜਿਹੜਾ ਸੇਵਿੰਗ ਦਾ ਜਿਹੜਾ ਹੈਗਾ ਸਿਲਸਿਲਾ, ਜਾਂ ਵਿੰਟਰ 'ਚ ਆਪਾਂ 1 ਘੰਟਾ ਘਟਾ ਦਿੰਦੇ ਪਿੱਛੇ ਨੂੰ ਜਾਂਦੇ ਆ, ਉਹ ਐਬੋਲਿਸ਼ ਕਰੀਏ, ਹੈ ਨਾ। ਇਹਦਾ ਕੋਈ ਮਤਲਬ ਨਹੀਂ ਬਣਦਾ। ਸਾਇੰਟੀਫਿਕ ਇਹਦਾ ਡੇਟਾ ਇਹੀ ਸ਼ੋ ਕਰਦਾ ਸਿਹਤ ਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ। ਡਾਕਟਰ ਸਾਹਿਬ ਆਖਰ ਦੇ ਵਿੱਚ ਇੱਕ ਵਾਰੀ ਸਾਨੂੰ ਅੰਕੜੇ ਫੇਰ ਦੱਸਿਓ ਜੀ, ਬੜੇ ਦਿਲਚਸਪ ਤੇ ਬੜੇ ਡਰਾਵਣੇ ਨੇ ਜਿਹੜੇ ਤੁਸੀਂ ਦੱਸ ਰਹੇ ਹੋ। ਹਾਂਜੀ, ਇਹ ਰਿਸਰਚ ਹੈਗੀ ਆ 71 ਕੰਟਰੀਜ਼ 1.6 ਬਿਲੀਅਨ ਪੀਪਲ। ਜਦੋਂ ਸਪਰਿੰਗ ਦੇ ਵਿੱਚ 1 ਘੰਟਾ ਜਿਹੜਾ ਹੈਗਾ ਸਾਡਾ ਨੀਂਦ ਦਾ ਖੁੱਜਦਾ, 23% ਹਾਰਟ ਅਟੈਕ ਦੀ ਦਰ ਇਹ ਹਫਤੇ ਦੇ ਵਿੱਚ ਵਧਣੀ ਆ, 18% ਮੋਟਰ ਵਹੀਕਲਰ ਐਕਸੀਡੈਂਟ ਹੋਣੇ ਆ, ਅਤੇ 11% ਸੁਸਾਈਡ ਦੀ ਦਰ ਵਧਣੀ ਆ। ਅਤੇ ਸਿਆਲਾਂ ਦੇ ਵਿੱਚ ਜਦੋਂ 1 ਘੰਟਾ ਸਾਨੂੰ ਬੋਨਸ ਮਿਲਦਾ, 21% ਹਾਰਟ ਅਟੈਕ ਦੀ ਦਰ ਘੱਟ ਜਾਣੀ ਆ, ਮੋਟਰ ਵਹੀਕਲਰ ਐਕਸੀਡੈਂਟ 15% ਘੱਟ ਜਾਣੇ ਆ, ਸੁਸਾਈਡ ਦੀ ਰੇਟ ਹਾਫ ਹੋ ਜਾਣੀ ਆ ਉਦੋਂ। ਸੋ ਇਸ ਲਈ ਜਿਹੜੀ ਹੈਗੀ ਆ ਇਹ ਤਾਂ ਪ੍ਰਕਾਸ਼ਿਤ ਡੇਟਾ ਹੈ ਜਿੱਥੋਂ ਮੈਂ ਤੁਹਾਨੂੰ ਦੱਸ ਰਿਹਾ। ਸੋ ਆਪਾਂ ਆਪਣੀ ਸਿਹਤ ਦੇ ਉੱਤੇ ਜਿਹੜਾ ਹੈਗਾ ਰੈਗੂਲੇਟਰਸ ਪਲੀਜ਼ ਇਹਨੂੰ ਜਿਹੜਾ ਹੈਗਾ ਡੇ ਲਾਈਟ ਸੇਵਿੰਗ ਦਾ ਜਿਹੜਾ ਹੈਗਾ ਸਿਲਸਿਲਾ ਖਤਮ ਕਰੀਏ। ਆਪਾਂ ਯੂਨੀਵਰਸਲ ਟਾਈਮ ਜਿਹੜਾ ਪਹਿਲਾਂ ਹੁੰਦਾ ਸੀ ਉੱਤੇ ਰਹੀਏ, ਔਰ ਸਾਡੀ ਸਿਹਤ ਵੀ ਖੁਦ ਰਹੇਗੀ, ਮਨ ਵੀ ਖੁਸ਼ ਰਹੇਗਾ, ਅੰਦਰ ਵੀ ਸਕੂਨ, ਅਤੇ ਬਾਹਰ ਤਾਂ ਸਕੂਨ ਹੈ ਹੀ ਹੈ। ਬਹੁਤ ਧੰਨਵਾਦ, ਥੈਂਕ ਯੂ। ਦੋਸਤੋ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ ਗੱਲਬਾਤ ਦੱਸੀ, ਔਰ ਉਹਨਾਂ ਨੇ ਜਿਹੜੇ ਪ੍ਰਕਾਸ਼ਿਤ ਅੰਕੜੇ ਉਹ ਦੱਸਦੇ ਹੋਏ ਦੱਸਿਆ ਕਿ ਇਹਦਾ ਅਸਰ ਕਿੰਨਾ ਆ, ਔਰ ਨੀਂਦ ਸਾਡੇ ਲਈ ਕਿੰਨੀ ਜ਼ਰੂਰੀ ਆ, ਸਿਹਤ ਸਭ ਤੋਂ ਜ਼ਰੂਰੀ ਹੈ, ਇਹਦਾ ਖਿਆਲ ਰੱਖਣਾ ਚਾਹੀਦਾ। ਕੈਮਰਾਮੈਨ ਅਮਿਤ ਪੁਨੇਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।